Start. वाहिगुरु जी। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। तुम माते पिता हम बारक तेरे, तुम माते पिता हम बारक तेरे, तुमरी कृपा में सुख कनेरे, तुमरी कृपा में सुख कनेरे, हम बारक तेरे। तुम मात पिता, तुम मात पिता हम बारक तेरे। तू ठाकुर तुम पे अरदास, तू ठाकुर तुम पे अरदास, जियो पिंड सब तेरी रास, जियो पिंड सब तेरी रास, हम बारक तेरे। तुम मात पिता, तुम मात पिता हम बारक तेरे। कोई न जाने तुमरा अंत, कोई न जाने तुमरा अंत, ऊंचे ते ऊंचा भगवंत, ऊंचे ते ऊंचा भगवंत, सगल समग्री तुमरे सूतर तारी, तुम ते होए सो आज्ञाकारी, तुमरी गत में तुम ही जानी, नानक दास सदा कुर्बानी, हम बारक तेरे। तुम मात पिता, तुम मात पिता हम बारक तेरे, तुमरी कृपा में सुख कनेरे, हम बारक तेरे। तुम मात पिता, तुम मात पिता, तुम मात पिता हम बारक तेरे। वाहे गुरु 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 वाहे
गुरु वाहिगुरु 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 जी का खालसा खालसा वाहिगुरु जी की फतेह। हल प्रतीत की गल कर रहे सां। प्रतीत तो वैसे सारी गुरबाणी च ही है, जिथे साडा चैनल ऑन कर दे मालक। ਇਹਦੇ ਵਿੱਚ ਵੀ ਤੇ तुम ठाकुर तुम पै अरदास, तू मालक है ते तुम पै है। ਉਹਨੂੰ ਜਦੋਂ ਹਾਹੇ ਨੂੰ ਸਿਆਰੀ ਹੋਵੇ ਤੇ ਪੈ ਬੋਲ ਦਈਦਾ, ਤੇਰੇ ਕੋਲ ਮੈਂ ਅਰਦਾਸ ਕਰਦਾ। ਤੇ ਸਵਾਲ ਇਹ ਹੈ, ਪਹਿਲੇ ਇੱਥੇ ਮੈਂ ਅੜ ਜਾ ਕਿ ਉਹ ਮੇਰਾ ਮਾਲਕ ਹੈ। ਜੇ ਮਾਲਕ ਹੋਵੇ ਤੇ ਮੈਂ ਉਹਨੂੰ ਇਹ ਕਹਾਂ ਕਿ ਅਰਦਾਸ ਦੇ ਅਖੀਰ 'ਚ ਜਾ ਕੇ, ਇਹ ਦੀਨਾ ਬੰਧੂ ਕਿਰਪਾ ਨਿਧਾਨ ਜੀ, ਅੱਜ ਲੰਗਰ ਫਲਾਣੇ ਸਿੰਘ ਦਾ, ਤੇ ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਆਈ ਉਹ ਭਰਪੂਰ ਕਰੀ। ਆਪਣੇ ਦਰੋਂ ਘਰੋਂ ਨਾਮਦਾਨ, ਉਹ ਭਾਵੇਂ ਉਹਨੂੰ ਚਾਹੀਦਾ ਹੀ ਨਾ ਹੋਵੇ, ਮੈਂ ਉਹਨੂੰ ਹੁਕਮ ਕਰ ਰਿਹਾ ਕਿ ਅਰਦਾਸ ਕਰ ਰਿਹਾ। ਮਾਲਕ ਉਹ ਹੈ, ਹੁਕਮ ਤੇ ਉਹਨੂੰ ਕਰਨਾ ਚਾਹੀਦਾ। ਉਹ ਔਖੀ ਘੜੀ ਨਾ ਦੇਖਣ ਦੇਈ, ਮੇਰੇ ਵਰਗਾ ਪੜਦਾ ਵੀ ਦੇਖੀ ਕਿਧਰੇ ਔਖੀ ਘੜੀ ਨਾ ਦਿਖਾਈ ਮੈਨੂੰ। ਲੈ ਜੇ ਉਹਨੇ ਦਿਖਾਣੀ ਹੋਵੇ ਤੇ ਫਿਰ ਤੂੰ ਠਾਕਰ तुम पे अरदास, तुम मालक है मेरी, तेरे को अरदास है। जियो पिंड सब तेरी रास होया कि मैं अपना जी ते शरीर ओदे नां ते करता है, रास तेरी पूंजी। I sign it in favor of you। प्रतीति सारा ही है कोई। सो ਐਵੇਂ ਆਪਾਂ ਸਮਾਂ ਹੋਰ ਲਾਵਾਂਗੇ। ਚਲੋ आओ जी। हाँ जी, हाँ जी मनजीत जी। ਅੱਜ ਜਿਸ ਤਰ੍ਹਾਂ ਤੁਸੀਂ ਆਖਿਆ ਜੀ ਕਿ ਜੀਓ ਪਿੰਡ ਸਭ ਤੇਰੀ ਰਾਸ, ਮੈਂ ਸਾਈਨ ਕਰ ਦਿੱਤੇ, ਜਦ ਹੈ ਹੀ ਉਹਦਾ ਤਾਂ ਮੈਂ ਸਾਈਨ ਕਰਨ ਵਾਲਾ ਕੌਣ ਹੋਣਾ? ਇਹਨੂੰ ਰੀਅਫਰਮੇਸ਼ਨ ਕਹਿੰਦੇ ਆ। ਨਹੀਂ ਹੈ ਤੇ ਉਹਦਾ, ਪਰ ਮੈਂ ਮੰਨਿਆ ਨਹੀਂ ਨਾ। ਉਹ ਤੇ ਇਨੀਸ਼ੀਅਲੀ ਉਸੇ ਦਾ ਸੀਗਾ। ਇਹ ਦੁਬਾਜਰਾ ਕਦੋਂ ਸ਼ੁਰੂ ਹੋਇਆ? ਜਦੋਂ ਮੈਂ ਕਿਹਾ ਹੈ ਤੇ ਤੇਰਾ, ਪਰ ਵਰਤਣਾ ਮੈਂ। ਜਿਹਨੂੰ ਕੰਪਲੀਟ ਸਰੈਂਡਰ ਕਹਿੰਦੇ ਆ, ਅਸੀਂ ਤੇ ਸ਼ੁਰੂ ਤੋਂ ਹੀ ਨਹੀਂ ਕੀਤਾ ਹੋਇਆ। ਜੇ ਕੰਪਲੀਟ ਸਰੈਂਡਰ ਸ਼ੁਰੂ ਤੋਂ ਕੀਤਾ ਹੁੰਦਾ ਤੇ ਜਦੋਂ ਅਸੀਂ ਕਹਿੰਦੇ ਆ ਕਿ ਮੈਂ ਆਪਣਾ ਆਪਾ ਵਾਰਿਆ ਤੇਰੇ ਤੋਂ, ਤੇ ਵਾਰ ਕੇ ਤੇ ਮੈਂ ਫੇਰ ਚੁੱਕ ਕਿਉਂ ਲਿਆ? ਮੈਂ ਤੇ ਉਹ ਸ਼ਰਾਰਤੀ ਬੱਚਾ ਵਾਂ। ਆਪਾਂ ਅੱਗੇ ਵੀ ਗੱਲ ਕੀਤੀ ਏ ਕਿ ਕੈਂਡੀਆਂ ਦਿੱਤੀਆਂ, ਉਹਨੂੰ ਕਿਹਾ ਪਈ ਦੇ ਦੇ, ਸ਼ੇਅਰਿੰਗ ਇਜ਼ ਕੇਅਰਿੰਗ। ਬਾਪੂ ਜੀ ਨੇ ਕੈਂਡੀਆਂ ਦਿੱਤੀਆਂ ਤੇ ਉਹਨੇ ਸਾਰਾ ਹੱਥ ਚੁੱਕ ਕੇ ਮੇਰੀ ਤਲੀ ਤੇ ਰੱਖਤਾ ਬਾਪੂ ਦੀ, ਤੇ ਫੇਰ ਚੱਕ ਲਿਆ ਤੇ ਮੈਂ ਹੱਸ ਪਿਆ, ਕਿਉਂਕਿ ਅਸੀਂ ਦੁਨਿਆਵੀ ਜੀਵ ਹਾਂ। ਪਰ ਐਕਚੁਅਲ ਦੇ ਵਿੱਚ ਜੇ ਜਿਹੜੀ ਚੀਜ਼ ਮੈਂ ਦੇ ਦਿੱਤੀ, ਉੱਤੇ ਤੇ ਮੇਰਾ ਹੱਕ ਹੀ ਕੋਈ ਨਹੀਂ ਸੀ। ਉਹ ਕਹਿੰਦਾ ਹੈ ਕਿ ਇੱਕ ਸ਼ਾਇਰ ਕਹਿੰਦਾ, ਜਾਨ दी हुई उसी की थी। ਮੈਂ ਤੇ ਆਪਣੀ ਜਾਨ ਦੇ ਦਿੱਤੀ, ਔਰ ਐਕਚੁਅਲ ਦੇ ਵਿੱਚ ਦਿੱਤੀ ਕਿਹਨੂੰ? ਉਹਨੇ ਹੀ ਦਿੱਤੀ ਹੋਈ ਸੀ। ਪਰ ਰੌਲਾ ਇਸ ਗੱਲ ਦਾ ਹੈ ਕਿ ਮੈਂ ਤੇਰੀ ਚੀਜ਼ ਨੂੰ ਵੀ ਆਪਣੀ ਆਖਿਆ ਹੋਇਆ, ਤੇ ਆਪਣੀ ਮੈਂ ਉਹ ਚੋਰ ਨਿਆਣਾ ਵਾਂ ਸ਼ਰਾਰਤੀ, ਜਿਹੜਾ ਆਪਣੀ ਦੁਆਤ ਕਦੀ ਲੈ ਕੇ ਨਹੀਂ ਆਉਂਦਾ, ਦੂਜੀ ਦੁਆਤ ਤੋਂ ਡੋਬਾ ਇੱਕ ਵਾਰੀ ਲੈਂਦਾ ਤੇ ਮੁੜ ਕੇ ਦੁਆਤ ਆਪਣੇ ਕੋਲ ਰੱਖ ਲੈਂਦਾ, ਕਹਿੰਦਾ ਮੇਰੀ। ਯੂ ਨੋ, ਲੰਬਾ ਟੌਪਿਕ, ਵੀਰਵਾਰ ਦਾ ਟੌਪਿਕ। ਇਹ ਸਾਰੇ ਟੌਪਿਕ ਦੇਈ ਜਾ ਰਹੇ ਆਪਾਂ, ਤੁਸੀਂ ਇਕੱਠੇ ਕਰੀ ਚਲੋ। ਵੀਰਵਾਰ ਘਟ ਜਾਣੇ ਆ, ਇਹ ਹਫਤੇ 'ਚ 4-5 ਵੀਰਵਾਰ ਲਿਆਇਆ ਕਰਨੇ ਆ। ਹਾਂਜੀ ਪਰਮਜੀਤ ਜੀ। ਵੀਰਵਾਰ ਹੀ ਡਿਸਕਸ ਕਰਨਾ ਤੇ ਮੈਂ ਲਿਖ ਲਾਂਗੀ, ਪਰ ਗੁਰਬਾਣੀ 'ਚ ਵੀ ਆਂਦਾ ਹੈ, ਪਾਓ ਦਾਨ ਟੀਠ ਹੋਏ ਮੰਗੋ। ਵਾਹਿਗੁਰੂ ਮਤਲਬ ਦੈਨ ਅਰਦਾਸ ਜਦ ਕਰਦੇ ਆ ਕੁਛ, ਪਾਵੋਂ ਦਾ ਮੇਰਾ ਮਾਤਾ ਹੈ, ਮੇਰਾ ਪਿਤਾ ਹੈ, ਜਿਸ ਤਰ੍ਹਾਂ
जैसा बालक भाई सभाई वो भी आंदा है कि जिस तरह बच्चा वाहिगुरु को मंगदा है ना ऑफ पर कोर्स मंगना है ਅਸੀਂ या बट देन ऑफ आई कोर्स अंडरस्टैंड एक हाँ अवस्था फिर ये आ जाती है कि जिस तरह की कहते ने कि ताड़ी को मंगना चित ना आवे हाँ then that अवस्था comes ਉਹ ਵੀ ਹੈ ਮੰਗਣਾ ਮੰਗਣ ਨਹੀਂ ਕਾ ਹਰ ਜਸ ਗੁਰ ਤੇ ਮੰਗਣਾ ਉਹ ਵੀ ਹੈ ਮੈਨੂੰ ਸਮਝ ਆ ਜਾਂਦੀ ਕਿ ਮੰਗਣਾ ਕੀ ਹੈ फिर मंगना की है फिर मैंने तो चित ही नहीं रहता कि मंगना की है जी हाँ ये भी तो आंदा है ना जन तो कब संजय असने साजनो तो मीत मेरा जय दे सकते मान मानू तान मानू तान मान। धन लक्ष्मी सुत दे हाँ जी सब कुछ ऑफ बनता है ना कोर्स मान भी सारा मान लूं, कुछ तान भी मान लूं दान भी सीधा दे- मांगो की हो भी हमारा दे, खुशी पुत्र भी करने दे। जियो सारा कुछ है हाँ। पर these are different stages मैं ਪ੍ਰਤੀਤੀ ਦੀ ਗੱਲ ਕੀਤੀ ਹੈ ਸਰ ਇੱਕ ਬੱਚਾ ਏ ਉਹ ਮਾਂ ਨੂੰ ਕਹਿੰਦਾ ਮੈਨੂੰ 2 ਰੁਪਏ ਦੇ ਦੇ $2 ਦੇ ਦੇ ਉਹ ਕਹਿੰਦੀ ਜਾ ਦਫਾ ਹੋ ਕੱਖ ਨਹੀਂ ਦੇਣਾ ਤੈਨੂੰ ਮੈਂ ਤੂੰ ਮੇਰੇ ਆਖੇ ਨਹੀਂ ਲੱਗਦਾ ਉਹਦਾ ਹੀ ਭਰਾ ਏ ਉਹ ਕਹਿੰਦਾ ਮੈਨੂੰ 2 ਦੇ ਦੇ ਉਹ ਕਹਿੰਦੀ ਲੈ ਪੁੱਤਰ 5 ਲੈ ਦੋਵਾਂ ਨੇ ਮੰਗਿਆ ਸੋ ਇਟ ਵੈਰੀਜ਼ ਇਹ ਜਿਹੜਾ ਮੰਗਣੇ ਦੀ ਕੈਫੀਅਤ ਹੈ ਨਾ ਇਹ ਬਾਣੀ ਦੇ ਵਿੱਚੋਂ ਜਦੋਂ ਅਸੀਂ ਲੱਭਾਂਗੇ ਤੇ ਅਸੀਂ ਬੈਫਲ ਹੋ ਜਾਾਂਗੇ ਕਿਉਂਕਿ ਸਾਡਾ ਇੱਕ ਸਿਰਾ ਹੀ ਨਹੀਂ ਹੈਗਾ ਸਾਡੀ ਇੱਕ ਸ਼ੁਰੂਆਤ ਨਹੀਂ ਹੈਗੀ ਹਾਂਜੀ ਵੀਰ ਜੀ ਸ਼ਾਇਦ टॉपिक ਕੁਝ इस ਕਹਿਣਾ ये ਚਾਹ ਰਹੇ ਸੀ प्रतीत है ते मंगदे क्यों एक बार से प्रतीत डिस्क्राइब एक्सप्लेन करोगे प्रतीत मींस ਇਹ ਪੂਰੀ ਕਲਾਸ ਦਾ ਟੌਪਿਕ ਹੈ ਭੈਣ ਜੀ नहीं थोड़ा जस्ट बेसिक फिर बाकी कुछ समझता ਭਰੋਸਾ ਨਹੀਂ, ਵਿਸ਼ਵਾਸ ਇਹ ਤੇ भरोसा ਇਹ ਤੇ What ਕੱਲ is ਵੀ ਗੱਲ ਪ੍ਰਤੀਤ? ਮਤਲਬ ਰੋਜ਼ ਗੱਲ ਹੋ ਰਹੀ ਹੈ ਇਹਦਾ ਗੱਲ ਕਰਨੀ ਹੀ ਪੈ ਜਾਣੀ ਹੈ ਹੁਣ ਬਹੁਤ ਛੇਤੀ ਕਿਉਂਕਿ ਇਹ ਲਟਕਦੀ ਜਾ ਰਹੀ ਹੈ ਕੰਮ ਆਈ ਥਿੰਕ ਚਲੋ ਵੀਰਵਾਰ ਹੀ ਫਿਰ ਲੈਟ ਅਸ ਡਿਸਾਈਡ ਕਿ ਬਿਫੋਰ ਵੀ ਸਟਾਰਟ ਦਾ ਕਲਾਸ ਕਿ ਆਪਾਂ ਵੀਰਵਾਰ ਹੀ ਕਰ ਲਈਏ ਫਿਰ ਇਹਨੂੰ या ਠੀਕ ਹੈ ਆਉਣਾ ਵੀਰਵਾਰ ਪ੍ਰਤੀਤੀ ਕਰ ਲਈਏ ਫਿਰ ਹਾਂਜੀ ਠੀਕ ਹੈ ਜੀ fine ਇਹ ਵੀਰਵਾਰ ਹਾਂਜੀ you said that everybody okay ਓ ਐਵਰੀਬਾਡੀ you were saying yeah I'm sure everybody would ਕੋਈ ਕਿਸੇ ਨੂੰ ਆਬਜੈਕਸ਼ਨ ਹੋਵੇ ਤਾਂ ਦੱਸ ਦਿਓ ਭਰਾਵਾ ਉਹ ਭੈਣੋ कोई ऑब्जेक्शन नहीं ਠੀਕ ਹੈ ਚਲੋ ਜੀ ਸੌਰੀ ਮੈਂ ਤੇ ਸੋ ਅੱਜ ਦਾ ਜਿਹੜਾ ਪੌੜੀ ਮੰਨੈ ਪਾਵੇਂ ਮੁਖ ਦੁਆਰ ਕੌਣ ਪੜੇਗਾ ਜੀ ਤੇ ਕੌਣ ਸ਼ੁਰੂਆਤ ਕਰੇਗਾ ਅਮਰਜੀਤ ਜੀ ਹਾਂਜੀ ਅੱਛਾ ਮੈਂ Oh, ਦਿਖਾ ਦੇ sorry. No, it's okay. It's ਮੱਖੀ okay. ਉਡਾਈ I'll- ਨਾ 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 No, I can ਮੱਖੀ do ਉਡਾਈ it. ਸੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ I can do it. ਵਾਹਿਗੁਰੂ ਜੀ ਮੰਨੇ ਪਾਵੇ ਮੁਖ ਦੁਆਰ ਮੰਨੇ ਪਰਵਾਰੇ ਸਾਦਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਪਵੇ ਨਾ ਪਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਜਿਹੜਾ ਇਨਸਾਨ ਜਿਹੜਾ ਜੀ ਮਨ ਵਾਹਿਗੁਰੂ ਤੇ ਆਪਣੇ ਅੰਦਰ ਵਾਹਿਗੁਰੂ ਨੂੰ ਵਸਾ ਲੈਂਦਾ ਹੈ ਪ੍ਰਭੂ ਦੇ ਨਾਮ ਤੇ ਲਗਨ ਲੱਗ ਜਾਂਦਾ ਹੈ ਉਸ ਨੂੰ ਮੁਕਤੀ ਦੀ ਦਵਾਰ ਨਜ਼ਰ ਆ ਜਾਂਦਾ ਹੈ ਤੋ ਉਹ ਸਟੇਜ ਤੇ ਆ ਜਾਂਦਾ ਹੈ ਤੇ ਫਿਰ ਮੰਨੇ ਪਰਿਵਾਰੇ ਸਾਦਾਰ ਫਿਰ ਪਰਿਵਾਰ ਦਾ ਸਪੋਰਟ ਹੋ ਜਾਂਦਾ ਹੈ ਔਰ ਪਰਿਵਾਰ ਨੂੰ ਉਸ ਰਾਹ ਤੇ ਟੁਰਨ ਦੀ ਕੋਸ਼ਿਸ਼ ਕਰਦਾ ਹੈ ਮੰਨੇ ਤਰੇ ਤਾਰੇ ਗੁਰਸਿੱਖ ਇੱਥੇ ਗੁਰਸਿੱਖ ਜਿਹੜਾ ਹੈ ਗੁਰਸਿੱਖ ਨੂੰ ਨਹੀਂ ਕਿਹਾ ਕਿਉਂਕਿ ਔਂਕੜਾ ਥੱਲੇ ਰਾਰਾ ਦੇ ਅੱਗੇ ਅਗਰ ਰਾਰਾ ਦੇ ਥੱਲੇ ਔਂਕੜਾ ਨਹੀਂ ਹੁੰਦਾ ਤਾਂ ਗੁਰਸਿੱਖ ਨੂੰ ਕਹਿੰਦੇ ਇੱਥੇ ਗੁਰੂ ਤੇ ਸਿੱਖ ਅਲੱਗ-ਅਲੱਗ ਹੈ ਤੋ ਜਿਹੜਾ ਮਨ ਵਿੱਚ ਵਸਾ ਲੈਂਦਾ ਰੱਬ ਨੂੰ ਸਤਿਗੁਰੂ ਜੀ ਉਹ ਸਿੱਖ ਨੂੰ ਤੇ ਬਾਕੀ ਸਿੱਖਾਂ ਨੂੰ ਤ੍ਰੈ ਗੁਣਾ ਭਾਵ ਸਾਗਰ ਤੋਂ ਪਾਰ ਲਗਾ ਦਿੰਦਾ ਹੈ ਤੇ ਮੰਨੇ ਨਾਨਕ ਪਵੇ ਨਾ ਪਿਕ ਫਿਰ ਉਹ ਸਿੱਖ ਜਿਹੜਾ ਮਨ ਵਿੱਚ ਰੱਬ ਨੂੰ ਬਿਠਾ ਲੈਂਦਾ ਅੰਦਰ ਫਿਰ ਉਸ ਨੂੰ ਦੂਸਰੀ ਦੀ ਖੁਸ਼ਾਮਤ ਜਾਂ
ਬਿਖਾਰੀ ਕਰ ਤੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਹੈ, ਕਿਉਂਕਿ ਉਹ ਅਵਸਥਾ ਉਸਦਾ ਉੱਥੇ ਪਹੁੰਚ ਜਾਂਦਾ ਹੈ। ਤਾਂ ਹੀ ਕਰਕੇ ਉਸਨੂੰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਵੈਰੀ ਗੁੱਡ। ਇਸ ਤੋਂ ਪਹਿਲੇ ਕਿ ਮੈਂ ਇੱਕ ਸੀਗਾ ਕਿ ਅਮਰਜੀਤ ਜੀ ਅੱਜ ਦੀ ਤੁਹਾਡੀ ਜਿਹੜੀ ਡਿਸਕ੍ਰਿਪਸ਼ਨ ਸੀਗੀ, ਇਲਸਟ੍ਰੇਸ਼ਨ ਸੀਗੀ, ਉਹਦੇ ਚ ਕਾਫੀ ਤਬਦੀਲੀ ਹੈ, ਕਾਫੀ ਪ੍ਰੋਗਰੈਸ ਹੈ। ਮੈਂ ਕਦੀ ਵੀ ਤੁਹਾਡੇ 2-3 ਤੁਸੀਂ ਜਣੇ ਹੈਗੇ ਹੋ ਜਿਨ੍ਹਾਂ ਨੂੰ ਮੈਂ ਪੁਆਇੰਟ ਆਊਟ ਨਹੀਂ ਕਰਦਾ, ਬਿਕੋਜ਼ ਯੂ ਹੈਵ ਜਸਟ ਸਟਾਰਟਡ, ਤੇ ਮਿਸਟੇਕਸ ਹੋਣੀਆਂ ਲਾਜ਼ਮੀ ਨੇ, ਉਚਾਰਨ ਦੀਆਂ ਵੀ ਸਾਰੀਆਂ, ਸੋ ਆਈ ਡੋਂਟ ਪੁਆਇੰਟ ਇਟ ਆਊਟ। ਉਚਾਰਨ ਦੀਆਂ ਮਿਸਟੇਕਸ ਹੈਗੀਆਂ, ਪਰ ਕਾਫੀ ਜ਼ਿਆਦਾ ਉਹਨਾਂ ਦੇ ਵਿੱਚ ਤੁਸੀਂ ਆਪ ਰੈਕਟੀਫਿਕੇਸ਼ਨ ਕੀਤੀ ਹੈ। ਗੁਰੂ ਸਾਹਿਬ ਮਿਹਰ ਕਰਨ ਕਿ ਤੁਹਾਨੂੰ ਹੋਰ ਇਹੋ ਜਿਹੀ ਸੁਮਤ ਦੇ। ਹਾਂਜੀ, ਐਨੀਵਨ ਐਲਸ? ਹਾਂਜੀ, ਹਰਜੀਤ ਭੈਣ ਜੀ। ਹਰਜੀਤ ਜੀ, ਤੁਸੀਂ ਨਾ, ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ, ਜਾਂ ਤੇ ਤੁਸੀਂ ਅਮਰਤੇਜ ਜੀ ਨਾਲ ਸੀਟ ਚੇਂਜ ਕਰਕੇ ਬੈਠੋ। ਜਿੱਧਰ ਤੁਹਾਡਾ ਨੇਮ ਟੈਗ ਹੈ ਨਾ ਅਮਰਤੇਜ ਦਾ, ਉਧਰ ਹੀ ਤੁਸੀਂ ਆਉਂਦੇ ਹੋ, ਤੇ ਤੁਹਾਡਾ ਨੱਕ ਇਸ ਵੇਲੇ ਮੈਨੂੰ ਦਿਖ ਰਿਹਾ, ਤੇ ਤੁਸੀਂ ਹੱਥ ਇੱਥੇ ਕਰ ਦਿੰਦੇ ਹੋ, ਬਸ ਇੱਥੇ। ਨੱਕ ਦਾ ਸੇਤ ਵਾਲਾ ਨੱਕ ਹੈ ਨੋ, ਹਾਂ, ਇਹ ਜਾਂ ਤੇ ਉਹਨੂੰ ਐਡਜਸਟ ਕਰੋ ਥੋੜਾ ਜਿਹਾ। ਹਾਂ, ਇਹ ਨਾ, ਇਹ ਅਮਰਤੇਜ ਜੀ ਨਾਲ ਖਿਆਲ ਕਰਿਆ ਕਰੋ, ਇਹ ਤੁਹਾਨੂੰ ਲਿਆਣ ਨਹੀਂ ਦਿੰਦੇ ਅੱਗੇ। ਦੇ ਚੱਕਰ ਵਿੱਚ ਹੁੰਦਾ ਮੇਰੀ ਆ ਗਿਆ। ਆਹੋ, ਬਸ ਮੈਨੂੰ ਵੀ ਪਤਾ ਹੈ। ਹਾਂਜੀ, ਥੈਂਕ ਯੂ। ਥੈਂਕ ਯੂ। ਮੰਨੇ ਪਾਵੇ ਮੋਖ ਦੁਆਰ, ਇਸ ਵਿੱਚ ਪੌੜੀ ਦੁਆਰ ਦਾ ਹੀ ਨਹੀਂ ਮਤਲਬ ਦਰਵਾਜ਼ਾ ਜਾਂ ਇਸ ਦੀ ਗੱਲ ਨਹੀਂ ਕੀਤੀ ਉਹਨਾਂ ਨੇ, ਕਿ ਜਿਹੜਾ ਇਨਸਾਨ ਆਪਣੇ ਵਿਕਾਰਾਂ ਨੂੰ ਤਿਆਗ ਦਿੰਦਾ ਹੈ ਤੇ ਗੁਰੂ ਦੀ ਗੱਲ ਵਿੱਚ ਮੰਨਦਾ ਹੈ, ਗੁਰੂ ਨੂੰ ਮੰਨਣ ਲੱਗਦਾ ਹੈ, ਤੇ ਆਪਣੇ ਸਾਰੇ ਆਪਣੇ ਐਕਚੁਅਲੀ ਉਹ ਆਪਣੇ ਵਿਕਾਰ ਤਿਆਗ ਦਿੰਦਾ ਹੈ। ਮੰਨੇ ਪਰਵਾਰੇ ਸਰਦਾਰ, ਉਸਦੀ ਐਸੀ ਅਵਸਥਾ ਦੇਖ ਕੇ ਉਸਦੇ ਜਿਹੜੇ ਆਸ-ਪਾਸ ਸਗੀ ਸੰਬੰਧੀ ਕਹਿ ਲਓ, ਪਰਿਵਾਰ ਕਹਿ ਲਓ, ਉਹਨਾਂ ਨੂੰ ਵੀ ਥੋੜਾ ਉਤਸ਼ਾਹ ਮਿਲਦਾ ਹੈ, ਉਹ ਵੀ ਉਸ ਪਾਸੇ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਮੰਨੇ ਤਰੇ ਤਾਰੇ ਗੁਰਸਿੱਖ, ਮੰਨੇ ਐਸਾ ਜਿਹੜਾ ਗੁਰੂ ਹੈ ਆਪ ਤਾਂ ਤਰਿਆ ਹੀ ਹੈ, ਲੇਕਿਨ ਉਹ ਗੁਰੂ ਦੂਸਰੇ ਸਿੱਖਾਂ ਨੂੰ ਵੀ ਤਾਰਦਾ ਹੈ। ਮੰਨੇ ਨਾਨਕ ਭਵੇ ਨਾ ਭੇਖ, ਇਸ ਤਰ੍ਹਾਂ ਮੰਨਣ ਵਾਲੇ ਗੁਰੂ ਨੂੰ ਕੀ ਕਹਿੰਦੇ, ਜਿਹੜਾ ਮੰਨੇ ਨਾਨਕ ਭਵੇ ਨਾ ਭੇਖ, ਉਸਨੂੰ ਭੇਖ ਦਾ ਕੀ ਮਤਲਬ ਆਇਆ, ਉਹ ਫਿਰ ਦੂਸਰੇ ਚੱਕਰਾਂ 'ਚ ਨਹੀਂ ਪੈਂਦਾ, ਕਿੰਤੂ ਪ੍ਰੰਤੂ ਦੇ ਚੱਕਰਾਂ 'ਚ ਨਹੀਂ ਪੈਂਦਾ। ਉਹ ਆਪਣੀ ਅਵਸਥਾ ਇਸ ਤਰ੍ਹਾਂ ਦੀ ਬਣਾ ਲੈਂਦਾ ਕਿ ਗੁਰੂ ਨਾਲ ਹੀ ਰਲ ਮਿਲ ਜਾਏ, ਉਸ ਨਾਲ ਹੀ ਉਸਦਾ ਮਿਲਾਪ ਹੋ ਜਾਏ। ਐਸਾ ਨਾਮ ਨਿਰੰਜਨ ਹੋਏ ਜਾ ਕੋ ਮਨ ਜਾਣੇ ਮਨ ਕੋਏ। ਇਸ ਅਵਸਥਾ ਦਾ ਕੀ ਕਹਿੰਦੇ ਨਾ, ਉਹੀ ਜਾਣ ਸਕਦਾ ਹੈ ਜਿਸ ਦੀ ਇਹ ਅਵਸਥਾ ਹੈ, ਹੋਰ ਕੋਈ ਨਹੀਂ ਗੈਸ ਕਰ ਸਕਦਾ। ਉਸੀ ਨੂੰ ਇਸ ਅਵਸਥਾ ਦਾ ਗਿਆਨ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਰੀ ਗੁੱਡ। ਅੱਜ ਬਿਨਾਂ ਪੜ੍ਹਿਆ ਤਾਂ ਇਸ ਕਰਕੇ ਅਟਕ ਗਈ। ਕੋਈ ਗੱਲ ਨਹੀਂ, ਬਿਨਾਂ ਪੜ੍ਹਿਆ, ਕਿਆ ਬਾਤ ਹੈ, ਲੈ ਤੁਸੀਂ ਤੇ ਗੁਣੀ ਹੋ ਗਏ। ਨਾ ਏਦਾਂ ਨਾ ਕਰੋ, ਸਾਡੇ ਢਿੱਡ ਤੇ ਲੱਤ ਮਾਰੋਗੇ। ਨਹੀਂ, ਮੇਰਾ ਮਤਲਬ ਹੈ ਕਿ ਨੋਟਸ ਲਿਖਿਆ ਹੈ। ਹਾਂਜੀ, ਮਨਜੀਤ ਸੇਰੀ। ਹਾਂਜੀ, ਮੰਨੇ ਪਾਵੇ ਮੋਖ ਦੁਆਰ, ਮੰਨੇ ਪਰਵਾਰੈ ਸਾਧਾਰ, ਮੰਨੇ ਤਰੇ ਤਾਰੇ ਗੁਰਸਿੱਖ, ਮੰਨੇ ਨਾਨਕ ਪਵੇ ਨਾ ਭਿਖ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਸੋ ਮੰਨੇ ਪਾਵੇ ਮੋਖ ਦੁਆਰ, ਤੇ ਮੰਨੇ ਦਾ ਤੇ ਅਸੀਂ ਪਹਿਲੀ ਪੌੜੀਆਂ 'ਚ ਵੀ ਕਰ ਚੁੱਕੇ ਹਾਂ ਕਿ ਬਾਏ ਓਬੇਇੰਗ, by listening, by adopting, by following that path, usta na matlab, that is how you manne pave mokh dwar. Mokh da matlab ke liberation, te o keda dwar hai, it's not something outside of ourselves, it is within ourselves. We have to understand ke we are part of that one, and once asi manna shuru kar diyange, when we start walking on that path, so we try to understand, and we do understand, that one resides within us,
and we have to give up ourselves to feel that one within us. So that is the mokh dwar that you are finding within yourself. It is not outside. Manne parvare sadhar. Hunathe parvare the I'm a little bit समझ नहीं मैंने इन्नी पूरी आई कि परिवार दा की मतलब होया. Is it your family? Is it your company? Is it your friends? It could be, and it obviously is कि जेड़े बंदे मान चुके ने, जेड़े उस रास्ते से चल चुके ने, उन्हां दे जेड़े नाल वाले बंदे ने, वो भी they come under the influence of that or the guidance of that person, and so it does influence the parvar or the sangat of that person. कि उन्हां नू भी sadhar, they find support or they find the right way because of this person who has. It could also mean your own parvar, which means you, your body, your bad and good, whatever you have within you. It could also be just you yourself. But I think it probably does indicate that certainly I know I've been influenced by Sangat that I have been a part of. And so jehde pahunche hoye bande ne, jehde us raaste ch hain, they influence all kinds of people around them. So unna do bhi o apne naal sadhar dende ne. Manne tare tare gursikh. Manne tare. Manan naal o te tar jande ne. They swim across this ocean of life as it is very often depicted in Bani. Tare Gursikh, जिस तरह पहले भी ना दस्या दोनों ने वीडियो भैन जी ने कि Gursikh, because Gur is with an anchor, it is means कि गुरु उन्हां नू तार दिंदा है. Gur tare Gursikh, गुरु उन्हां नू तार के जेड़े सिख उन्हां दे सिख उसदे स्टूडेंट्स ने, जेड़े फॉलोअर्स ने, उन्हां नू वो तार दिंदा है. मन्ने नानक भवें ना पिक. नानक कहंदे ने कि जेड़े मन चुके ने, जेड़े मंदे ने, भवें means के wandering around. They are not wandering around, they are not begging. So what does that mean? Which means कि भाई एक तो उन्हां दी तृष्णा खत्म हो जाती है. They don't need, they are not begging for anything material. They are not begging for any maya. The other thing is कि because they have gotten on the right path, they are not wandering around looking for salvation through other means. They have found their way, and so they are not running around begging from other sources. They have found their guru, they have found the path, and so they are following that. ऐसा नाम निरंजन होए जेको मन जाने मन कोई. इस तरह दा वो नाम है. मनन दे तुहानू ए कुछ मिलता है. This is the kind of naam that what it gives you. Niranjan, it is above all everything. It is above all maya. It is above all doubt. It is total faith. It is the absolute pure naam. This is what this naam can get to you, what we have listed above and in all the pauris before this. Jeko man jane man koi. Jo unu man janda hai, वही समझ सकता है कि what उसका की रस है, उसका की मतलब है, उसका की फायदा है, और उससे बाद इन्ना नाल मिल जाता है कि there is then no difference between him and that one. वाहिगुरू जी का खालसा. Next. हाँ जी, हरप्रीत जी and then मंजीत जी. Unmute करके हरप्रीत जी. मन्ने पावे मोख द्वार, मन्ने परवारे साधार, मन्ने तरे तारे गुरसिख, मन्ने नानक पवे न पिख. ऐसा नाम निरंजन होए जे को मन जाने मन कोय. इस प्रभु जी सानू दसते ने कि ਆਪਣੇ ਮਨ ਵਿੱਚ ਅਗਰ ਅਸੀਂ ਧਾਰਨ ਕਰ ਲਈਏ ਉਸ ਨੂੰ ਸਾਰੇ ਨਾਮ ਨੂੰ ਅਗਰ ਅਸੀਂ ਧਾਰਨ ਕਰ ਲਈਏ ਤੇ ਉਸ ਦੇ ਨਾਲ ਕੀ ਹੁੰਦਾ ਹੈ.
ਜੇ ਮਨ ਵਿੱਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ ਤੇ ਮੁਕਤੀ ਦਾ ਦੁਆਰ ਮਿਲ ਜਾਂਦਾ ਹੈ। ਮਤਲਬ ਕਿ ਜਿਹੜੀ ਕੂੜ ਦੀ ਇੱਕ ਕਿਸਮ ਦੀ ਕੂੜ ਦੀ ਖਲਾਸੀ ਹੋ ਜਾਂਦੀ ਹੈ ਤੇ ਆਪਣੇ ਹੋਰ ਕੀ ਜਿਸ ਤਰ੍ਹਾਂ ਹੁੰਦਾ ਆਪਣੇ ਪਰਿਵਾਰ ਨੂੰ ਵੀ ਨਾਲ ਪ੍ਰਭੂ ਦੇ ਨਾਮ ਨਾਲ ਸਹਾਰਾ ਆਪਣੇ ਪ੍ਰਭੂ ਦੇ ਨਾਮ ਦਾ ਸਹਾਰਾ ਦੇ ਦਿੰਦੇ ਆ ਤੇ ਜਿਹੜੇ ਗੁਰਸਿੱਖ ਨੇ ਹੋਰ ਉਹਨਾਂ ਦਾ ਵੀ ਉਹ ਵੀ ਤਰ ਜਾਂਦੇ ਨੇ, ਆਪਣੇ ਸਾਥੀਆਂ ਨੂੰ ਵੀ ਮਤਲਬ ਤਰ ਜਾਂਦੇ ਨੇ, ਸੰਸਾਰ ਤੋਂ ਪਾਰ ਲਗਾ ਦਿੰਦੇ ਆ ਤੇ ਉਹ ਕਿਸੇ ਕੋਲੋਂ ਮਤਲਬ ਅਪੇक्षा ਨਹੀਂ ਮੰਗਦੇ, ਮਤਲਬ ਆਪਣੇ ਗੁਰੂ ਦੇ ਉੱਤੇ ਭਰੋਸਾ ਕਰਦੇ ਨੇ, ਫੀਅਰਲੈਸ ਹੋ ਜਾਂਦੇ ਨੇ, ਪੂਰਾ ਮਨ ਵਿੱਚ ਨਾਮ ਧਾਰਨ ਕੀਤਾ ਹੁੰਦਾ ਹੈ ਤੇ ਕੋਈ ਡਰ ਨਹੀਂ, ਕੋਈ ਐਸਾ ਨਹੀਂ ਤੇ ਉਸ ਐਸਾ ਨਾਮ ਨਿਰੰਜਨ ਹੋਏ। ਇਸ ਤਰ੍ਹਾਂ ਦਾ ਇੰਨਾ ਵੱਡਾ ਇਨਾਮ ਹੈ ਕਿ ਜਦੋਂ ਮਨ ਵਿੱਚ ਅਸੀਂ ਮੰਨ ਲੈਂਦੇ ਹਾਂ ਇਹ ਸਭ ਚੀਜ਼ਾਂ ਤੇ ਅਸੀਂ ਸਾਡਾ ਪਾਰ ਲੰਘ ਜਾਂਦੇ ਹਾਂ ਇਸ ਸੰਸਾਰ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਈਸਲੀ ਅਟੈਂਪਟਡ ਹਰਪ੍ਰੀਤ ਜੀ, ਪਹਿਲੀ ਵਾਰੀ, ਵੈਰੀ ਗੁੱਡ। ਹਾਂਜੀ ਮਨਜੀਤ ਜੀ, ਮਨਜੀਤ ਸਿੰਘ। ਵਾਹਿਗੁਰੂ ਜੀ, ਐਸਾ ਨਾਮ ਨਿਰੰਜਨ ਹੋਏ। ਮੈਂ ਇੱਕ ਬੇਨਤੀ ਕਰਾਂ ਥੋੜਾ ਜਿਹਾ ਸਮਾਂ ਬਚਾਉਣ ਦੇ ਲਈ, ਕਿਉਂਕਿ ਅਸੀਂ ਸਾਰੇ ਹੁਣ ਤਗੜੇ ਹੋ ਰਹੇ ਹਾਂ ਤੇ ਸਾਨੂੰ ਪਠਨ ਦੀ ਲੋੜ ਨਹੀਂ ਹੈ, ਪਾਠ ਕਰਨ ਦੀ ਲੋੜ ਨਹੀਂ, ਕਿਉਂਕਿ ਅਫਕੋਰਸ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਉਚਾਰਨ ਸਾਡਾ ਠੀਕ ਹੈ ਜਾਂ ਗਲਤ ਹੈ, ਪਰ ਜਦੋਂ ਅਸੀਂ ਪਾਠ ਕਰਦੇ ਹਾਂ ਤਾਂ ਸਾਡਾ ਥੋੜਾ ਸਮਾਂ ਲੱਗ ਜਾਂਦਾ, ਸੋ ਉਹਨੂੰ ਬਚਾ ਕੇ ਕਿਸੇ ਹੋਰ ਸਾਥੀ ਦੇ ਲਈ ਦੇਣ ਲਈ ਜਦੋਂ ਅਸੀਂ ਵਿਚਾਰ ਕਰੀਏ ਤੇ ਉਹਦੇ ਚ ਅਸੀਂ ਸਿੱਧਾ ਵਿਚਾਰ ਕਰੀ ਚੱਲੀਏ, ਕਿਉਂਕਿ ਪਹਿਲੇ ਅਸੀਂ ਪਾਠ ਕਰਦੇ ਹਾਂ ਫਿਰ ਇੱਕ ਲਾਈਨ ਨੂੰ ਅਸੀਂ ਪੜ੍ਹਦੇ ਹਾਂ, ਸੋ ਅਸੀਂ ਪਾਠ ਨੂੰ ਐਲੀਮੀਨੇਟ ਕਰ ਦਈਏ, ਬੇਨਤੀ ਹੈ ਮੇਰੀ। ਹਾਂਜੀ। ਪਰਮਾਤਮਾ ਦਾ ਨਾਮ ਜੋ ਇਹੋ ਜਿਹਾ ਨਿਰੰਜਨ ਹੈ, ਜੋ ਇਹੋ ਜਿਹਾ ਅਚਰਜ ਹੈ, ਮੈਂ ਉਹਦੇ ਨਾਲ ਇੱਕਮਿਕ ਹੋ ਜਾਵਾਂ ਤੇ ਮੈਨੂੰ ਪਤਾ ਕਿਵੇਂ ਲੱਗੇਗਾ ਕਿ ਮੈਂ ਇਸ ਨਾਮ ਨੂੰ ਮੰਨ ਲਿਆ। ਜਿਨ੍ਹਾਂ ਨੇ ਮੰਨਿਆ ਹੈ ਉਹਨਾਂ ਨੂੰ ਹੀ ਪਤਾ ਲੱਗੇਗਾ ਕਿ ਇਹ ਮੰਨਿਆ ਗਿਆ ਹੈ। ਮੰਨੈ ਪਾਵੈ ਮੋਖ ਦੁਆਰ, ਜਿਸ ਤਰ੍ਹਾਂ ਕਿ ਜਿਨ੍ਹਾਂ ਨੇ ਮੰਨ ਲਿਆ ਉਹਨਾਂ ਨੇ ਆਪਣਾ ਮੋਖ ਜਿਹੜਾ ਹੈ ਉਸ ਦੇ ਦੁਆਰ ਵੱਲ ਕੀਤਾ ਹੋਇਆ। ਪਰਮਾਤਮਾ ਦੇ ਨਾਮ ਨੂੰ ਜਿਨ੍ਹਾਂ ਨੇ ਮੰਨਿਆ ਉਹਨਾਂ ਨੇ ਆਪਣਾ ਜਿਹੜਾ ਸੁਰਤ ਜਾਂ ਉਧਰਲੇ ਪਾਸੇ ਨੂੰ ਕਰ ਲਈ। ਮੰਨੈ ਪਰਵਾਰੈ ਸਾਧਾਰ, ਜਿਨ੍ਹਾਂ ਨੇ ਮੰਨਿਆ ਉਹਨਾਂ ਨੇ ਆਪਣੇ ਆਪ ਨੂੰ, ਆਪਣੇ ਸਰੀਰ ਦੇ ਇੰਦਰੀਆਂ ਨੂੰ ਅਤੇ ਆਪਣੇ ਪਰਿਵਾਰ ਨੂੰ, ਆਪਣੇ ਸੰਗੀ ਸਾਥੀਆਂ ਨੂੰ, ਆਪਣੇ ਜਿਹੜੇ ਗੁਣ ਧਾਰਨ ਕੀਤੇ ਪਰਮਾਤਮਾ ਦੇ ਵੱਲੋਂ, ਉਹ ਗੁਣ ਬਾਕੀ ਦੇ ਨਾਲ ਸਾਂਝੇ ਕੀਤੇ ਤੇ ਉਹਨਾਂ ਨੂੰ ਵੀ ਸੇਧ ਮਿਲੀ ਉਹਨਾਂ ਗੁਣਾਂ ਤੋਂ। ਮੰਨੇ ਤਰੇ ਤਾਰੇ ਗੁਰਸਿੱਖ, ਜਿਸ ਤਰ੍ਹਾਂ ਵਾਹਿਗੁਰੂ ਜੀ ਆਪ ਇਸ ਸੰਸਾਰ ਦੇ ਝਮੇਲਿਆਂ ਤੋਂ ਉੱਪਰ ਹਨ, ਇਸੇ ਤਰ੍ਹਾਂ ਹੀ ਜਿਨ੍ਹਾਂ ਨੇ ਉਸ ਨੂੰ ਮੰਨ ਲਿਆ ਉਹ ਵੀ ਇਹਨਾਂ ਝਮੇਲਿਆਂ ਤੋਂ ਉੱਪਰ ਉੱਠ ਜਾਂਦੇ, ਉਸ ਪਰਮਾਤਮਾ ਦੇ ਨਾਲ ਆਪਣੀ ਸੁਰਤ ਜੋੜ ਲੈਂਦੇ। ਮੰਨੇ ਨਾਨਕ ਭਵੈ ਨ ਭਿਖ, ਜਿਸ ਦਾ ਵੀ ਜਿਹੜਾ ਇੱਕ ਦੇ ਨਾਲ ਜੁੜ ਗਿਆ ਉਹ ਬਾਕੀ ਦਿਆਂ ਦੇ ਕੋਲੋਂ ਦੂਸਰਿਆਂ ਪਾਸੋਂ ਭਿੱਖਿਆ ਦੇ ਰੂਪ ਦੇ ਵਿੱਚ ਜਾਂ ਕਹਿ ਲਓ ਜਾਂ ਦਰ ਤੇ ਭੜਕਣਾ ਉਹਦੀ ਖਤਮ ਹੋ ਜਾਂਦੀ। ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਇੱਕ ਹੋਰ ਵੀ ਆਉਂਦਾ ਸ਼ਬਦ, ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ। ਇਸ ਪੰਕਤੀ ਦਾ ਕੋਟ ਕੀਤਾ ਜਾ ਸਕਦਾ ਵੀ ਉਹ ਇੱਕ ਦੇ ਨਾਲ ਹੀ ਆਪਣੇ ਆਪ ਨੂੰ ਜੋੜਦਾ ਤੇ ਦੂਸਰੇ ਪਾਸੋਂ ਮੰਗਣ ਦੀ ਖਾਸ਼ ਵੀ ਨਹੀਂ ਰੱਖਦਾ, ਤਾਂ ਉਹਦੀ ਜਿਹੜੀ ਖਾਸ਼ ਹੈ ਖਤਮ ਹੋ ਜਾਂਦੀ, ਕਿਉਂਕਿ ਇੱਕ ਤੋਂ ਉੱਪਰ ਦੂਸਰਾ ਕੋਈ ਹੈ ਹੀ ਨਹੀਂ। ਉਹ ਸਭ ਨੂੰ ਇੱਕੋ ਦੇ ਰੂਪ ਵਿੱਚ ਹੀ, ਪਰਮਾਤਮਾ ਦੇ ਰੂਪ ਵਿੱਚ ਸਾਰਿਆਂ ਨੂੰ ਦੇਖਦਾ, ਉਹਦੀ ਜੋਤ ਸਾਰਿਆਂ ਵਿੱਚ ਦੇਖਦਾ ਤੇ ਉਸ ਪਰਮਾਤਮਾ ਦੇ ਨਾਲ ਹੀ ਆਪਣੇ ਆਪ ਨੂੰ ਲੀਨ ਕਰਦਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਫਤਿਹ। ਵੈਰੀ ਗੁੱਡ। ਹਾਂਜੀ ਸੰਦੀਪ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੈਂ ਜਦੋਂ ਸਾਰੀਆਂ ਮੰਨੇ ਦੀਆਂ ਪੌੜੀਆਂ ਦੇਖ ਰਹੀ ਸੀ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਪਹਿਲੀ ਪੌੜੀ ਵਿੱਚ ਉਹਨਾਂ ਨੇ ਕਿਹਾ ਮੰਨੇ ਕੀ ਗਤ ਕਹੀ ਨਾ ਜਾਏ, ਮਤਲਬ ਜਿਹੜਾ ਬੰਦਾ ਉਸ ਪਰਮਾਤਮਾ ਨੂੰ ਜਿਹੜਾ ਨਾਮ ਨਿਰੰਜਨ ਹੈ, ਨਿਰੰਜਨ ਦਾ ਉਹਨਾਂ ਨੇ ਆਪਾਂ ਪਹਿਲੇ ਵੀ ਪੜ੍ਹ ਕੇ ਆਏ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਵੀ ਨਿਰੰਜਨ ਕੌਣ ਹੈ? ਜਿਹਨੂੰ ਅਸੀਂ ਮਤਲਬ ਜਿਹੜਾ ਆਪਣੇ ਆਪ ਵਿੱਚ ਹੀ ਹੈ, ਉਹ ਸਾਡੇ ਅੰਦਰ ਹੀ ਹੈ। ਤੇ ਜਦੋਂ ਉਸਦਾ ਨਾਮ ਅਸੀਂ ਸਮਝ ਲੈਂਦੇ ਹਾਂ, ਉਸਨੂੰ ਉਸਦੇ ਹੁਕਮ ਨੂੰ ਅਸੀਂ ਮੰਨ ਲੈਂਦੇ ਹਾਂ, ਤਾਂ ਉਸਦੀ ਮਤਲਬ ਉਸਦੇ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ। ਤੇ ਫਿਰ ਉਹਨਾਂ ਨੇ ਦੱਸਿਆ ਕਿ ਜੇ ਅਸੀਂ ਉਸਨੂੰ ਆਪਣੀ ਸੂਰਤ ਵਿੱਚ ਜਾਂ ਆਪਣੇ ਦਿਮਾਗ ਵਿੱਚ ਘਰ ਕਰ ਲੈਂਦੇ ਹਾਂ, ਉਸਦੇ ਕੀਤੇ ਹੋਏ ਮਤਲਬ ਉਸਦੇ ਦੱਸੇ ਹੋਏ ਰਸਤੇ ਦਾ, ਤਾਂ ਉਸ ਤੋਂ ਬਾਅਦ ਤਾਂ ਉਹ ਸਾਡਾ ਜਿਹੜਾ ਉਹ ਸਾਡੀ ਸੂਰਤ ਦੇ ਵਿੱਚ ਵਸ ਜਾਂਦਾ ਹੈ, ਸਾਡੀ ਸੂਰਤ ਨੂੰ ਸਮਝ ਆ ਜਾਂਦੀ ਹੈ ਕਿ ਅਸੀਂ ਕੀ ਕਰਨਾ ਹੈ। ਉਸ ਤੋਂ ਬਾਅਦ ਉਹ ਕਹਿੰਦੇ ਨੇ ਮੰਨੇ ਮਾਰਗ ਠਾਕ ਨਾ ਪਾਏ। ਫਿਰ ਉਸਦੇ ਮਾਰਗ ਤੇ ਚੱਲ ਕੇ ਜਦੋਂ ਸਾਡਾ ਦਿਮਾਗ ਸਾਡੀ ਸੂਰਤ ਨੂੰ ਪਤਾ ਲੱਗ ਗਿਆ ਅਸੀਂ ਕੀ ਕਰਨਾ, ਤਾਂ ਅਸੀਂ ਉਸ ਮਾਰਗ ਤੇ ਚੱਲ ਪੈਂਦੇ ਹਾਂ। ਉਸ ਮਾਰਗ ਨੂੰ ਅਸੀਂ ਮਤਲਬ ਉਸ ਮਾਰਗ ਨੂੰ ਅਪਣਾ ਲੈਂਦੇ ਹਾਂ। ਉਸ ਮਾਰਗ ਵਿੱਚ ਸਾਨੂੰ ਕੋਈ ਮਤਲਬ ਉਹ ਨਹੀਂ ਆਉਂਦਾ, ਕੋਈ ਮਤਲਬ ਸਾਨੂੰ ਸਿੱਧਾ ਉਸਦਾ ਮਾਰਗ ਦਿਖਾਈ ਦੇਣ ਲੱਗ ਜਾਂਦਾ, ਕਿਉਂਕਿ ਸਾਡੇ ਦਿਮਾਗ ਹੀ ਸਾਡੀ ਸੂਰਤ ਵਿੱਚ ਉਹ ਵਸ ਜਾਂਦਾ ਕਿ ਅਸੀਂ ਕਿਹੜੀ ਜਗ੍ਹਾ ਤੇ ਜਾਣਾ। ਸਾਡਾ ਇੱਕ ਟੀਚਾ, ਇੱਕ ਲਕਸ਼ ਬਣ ਜਾਂਦਾ ਜਿਸ ਦੇ ਉੱਤੇ ਅਸੀਂ ਜਾਣਾ ਹੈ। ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਜਦੋਂ ਅਸੀਂ ਉਸ ਮਾਰਗ ਤੇ ਚੱਲ ਪਾਉਂਦੇ ਹਾਂ ਤਾਂ ਸਾਨੂੰ ਮੰਨੈ ਪਾਵੈ ਮੋਖ ਦੁਆਰ, ਤਾਂ ਅਸੀਂ ਉਸ ਦੁਆਰ ਤੇ ਪਹੁੰਚ ਜਾਂਦੇ ਹਾਂ ਜਿਹੜੇ ਦੁਆਰ ਨੂੰ ਅਸੀਂ ਹਾਸਲ ਕਰਨਾ ਹੈ। ਜਿਸ ਜਗ੍ਹਾ ਨੂੰ ਅਸੀਂ ਹਾਸਲ ਕਰਨਾ, ਉਸ ਦੁਆਰ ਤੱਕ ਮੁਕਤੀ ਦਾ ਦੁਆਰ ਇਹ ਨਹੀਂ ਕਿ ਮਰਨ ਤੋਂ ਬਾਅਦ ਜਿਹੜਾ ਮੁਕਤੀ ਦਾ ਦੁਆਰ ਹੈ, ਉਹ ਦੁਆਰ ਹੈ ਉਸ ਪਰਮਾਤਮਾ ਦੀ ਹੋਂਦ ਨੂੰ ਅਸੀਂ ਮੰਨ ਲਈਏ। ਉਸ ਪਰਮਾਤਮਾ ਦੇ ਦੁਆਰ ਹੈ ਜਿਹੜਾ ਦਰਵਾਜ਼ਾ ਸੰਸਾਰ ਦੀ ਮੁਕਤੀ ਪਾਲਣ, ਯਾਨੀ ਕਿ ਦੁਨਿਆਵੀ ਵਸਤਾਂ ਤੋਂ ਦਾ ਤਿਆਗ ਕਰ ਦੇਣਾ, ਜਾਂ ਸਾਨੂੰ ਮਤਲਬ ਸਮਝ ਆ ਜਾਣੀ ਕਿ ਵੀ ਅਸੀਂ ਦੁਨੀਆ ਦੇ ਵਿੱਚ ਰਹਿ ਕੇ ਅਸੀਂ ਕਿਸ ਚੀਜ਼ ਨੂੰ ਪ੍ਰਾਪਤ ਕਰਨਾ ਤੇ ਕਿਸ ਚੀਜ਼ ਨੂੰ ਨਹੀਂ ਪ੍ਰਾਪਤ ਕਰਨਾ, ਕਿਸ ਚੀਜ਼ ਵੱਲ ਦੌੜ। ਇਸ ਤੋਂ ਮੈਨੂੰ ਇੱਕ ਸ਼ਬਦ ਯਾਦ ਆ ਰਿਹਾ ਸੀ ਕਿ ਆਪਣਾ ਇੱਕ ਹੈਗਾ ਇਹਨਾਂ ਦਾ ਆਪਣਾ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਉਹਦੇ ਵਿੱਚ ਦੋ ਤੁਕਾਂ ਨੇ, ਦੁੱਖ ਸੁਖ ਦੋ ਸਮ ਕਰ ਜਾਣੈ ਬੁਰਾ ਭਲਾ ਸੰਸਾਰ, ਸੁਧ ਬੁੱਧ ਸੁਰਤ ਨਾਮ ਹਰ ਪਾਈਐ ਸਤ ਸੰਗਤ ਗੁਰ ਪਿਆਰ। ਮਤਲਬ ਜੋ ਵੀ ਮਤਲਬ ਅਸੀਂ ਸਾਨੂੰ ਦੁੱਖ ਤੇ ਸੁੱਖ ਸਾਰੇ ਬਰਾਬਰ ਨਜ਼ਰ ਆਉਣ ਲੱਗ ਜਾਂਦਾ, ਉਸ ਤੇ ਵੀ ਸਾਨੂੰ ਪਰਮਾਤਮਾ ਦੀ ਰਜ਼ਾ ਜਿਹੜੀ ਹੈ ਉਹ ਨਜ਼ਰ ਆਉਣ ਲੱਗ ਜਾਂਦੀ ਹੈ। ਤੇ ਉਸ ਤੋਂ ਬਾਅਦ ਮੰਨੈ ਪਰਿਵਾਰੇ ਸਾਧਾਰ, ਤੇ ਅਸੀਂ ਪਰਿਵਾਰ, ਜਿਵੇਂ ਭੈਣ ਜੀ ਨੇ ਦੱਸਿਆ ਕਿ ਪਰਿਵਾਰ ਆਪਣਾ ਪਰਿਵਾਰ ਵੀ ਹੋ ਸਕਦਾ ਹੈ, ਤੇ ਪਰਿਵਾਰ ਆਪਣਾ ਸਰੀਰ, ਆਪਣੇ ਅੰਦਰ ਦੀਆਂ ਕਾਮਨਾਵਾਂ, ਆਪਣੇ ਅੰਦਰ ਦੇ ਵਿਕਾਰ ਉਹ ਵੀ ਹੋ ਸਕਦੇ ਹਨ, ਕਿ ਅਸੀਂ ਉਹਨਾਂ ਤੋਂ ਪਰੇ ਹੋ ਕੇ ਤੇ ਅਸੀਂ ਉਹਨਾਂ ਨੂੰ ਵੀ ਆਪਣੇ ਨਾਲ ਤਾਰ ਲੈਂਦੇ ਹਾਂ, ਤੇ ਆਪਣੇ ਪਰਿਵਾਰ ਨੂੰ ਵੀ ਮਤਲਬ ਜਿਹੜਾ ਮੰਨਣ ਵਾਲਾ ਮਨੁੱਖ ਹੈ ਉਹ ਆਪਣੇ ਪਰਿਵਾਰ ਨੂੰ ਵੀ, ਆਪਣੇ ਸਾਕ ਸੰਬੰਧੀਆਂ ਨੂੰ ਵੀ ਉਸਦੇ ਨਾਲ ਲੱਗ ਕੇ ਉਹ ਵੀ ਤਰ ਜਾਂਦੇ ਹਨ। ਮੰਨੈ ਤਰੇ ਤਾਰੈ ਗੁਰਸਿੱਖ, ਮੰਨਣ ਨਾਲ ਜਿਹੜਾ ਬੰਦਾ ਮੰਨ ਲੈਂਦਾ ਇਨਸਾਨ, ਉਸਦੇ ਨਾਲ ਜਿਹੜੇ ਸਿੱਖ ਨੇ, ਜਿਹੜੇ ਉਸਦੇ ਨਾਲ ਜੁੜੇ ਹੋਏ ਲੋਕ ਨੇ, ਉਹ ਵੀ ਉਸਦੇ ਨਾਲ ਪਾਰ ਉਤਾਰਾ ਕਰ ਲੈਂਦੇ ਹਨ। ਅਤੇ ਉਹਨਾਂ ਨੂੰ ਫਿਰ ਮੰਨੈ ਨਾਨਕ ਭਵੈ ਨਾ ਭਿਖ, ਇਸ ਦਾ ਮਤਲਬ ਇਹ ਹੈ ਕਿ ਉਹ ਕਿਸੇ ਦੀ ਮੁਤਾਜੀ ਨਹੀਂ ਕਰਦੇ, ਉਹਨਾਂ ਨੂੰ ਫਿਰ ਪਰਮਾਤਮਾ ਕਿਸੇ ਦੂਸਰੇ ਬੰਦੇ ਦੇ ਮੁਤਾਜ ਨਹੀਂ ਹੁੰਦੇ, ਕਿਸੇ ਦੂਸਰੇ ਬੰਦੇ ਵੱਲ ਨਹੀਂ ਭੱਜਦੇ, ਜਾਂ ਕਿਸੇ ਦੂਸਰੇ ਤੋਂ ਮੰਗਣ ਨਹੀਂ ਚਾਹੁੰਦੇ, ਜਾਂ ਕਿਸੇ ਦੂਸਰੇ ਨੂੰ ਨਹੀਂ। ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਇੱਕ ਪਰਮਾਤਮਾ ਹੀ ਹੈ, ਇੱਕ ਉਸਦਾ ਨਾਮ ਹੀ ਹੈ ਜਿਹੜਾ ਕਿ ਉਸਦਾ ਨੂੰ ਇਸ ਦੁਨਿਆਵੀ ਚੀਜ਼ ਤੋਂ ਜਾਂ ਇਸ ਦੁਨਿਆਵੀ ਜਿਹੜਾ ਭਵ ਸਾਗਰ ਹੈ ਉਸ ਤੋਂ ਉਹਨਾਂ ਦਾ ਪਾਰ ਉਤਾਰਾ ਕਰ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Next, who's going to be next? Parminder. Vaiguru ji, I will not emphasize on line-to-line explanation. Rather than that, I will put emphasis on manne, ਜਿਹੜਾ ਕਿ 4 ਪੌੜੀਆਂ ਦੇ ਵਿੱਚ ਵਰਤਿਆ ਗਿਆ ਹੈ, ਤੇ ਐਂਡ ਦੀ ਪੌੜੀ ਜਿਹੜੀ ਹੈ, ਜੇ ਐਂਡ ਦੀ ਪੰਕਤੀ ਜਿਹਦੇ ਵਿੱਚ ਲਿਖਿਆ ਐਸਾ ਨਾਮ ਨਿਰੰਜਨ ਹੋਏ, ਐਸਾ ਨਾਮ ਨਿਰੰਜਨ ਹੋਏ, ਉਹ ਵਾਲੀ ਪੌੜੀ ਦੀ ਜਿੰਨੀ ਸੁਣ ਕੇ ਮੰਨਿਆ ਹੋਂ ਤਿੰਨ ਬਲਿਹਾਰੇ ਜਾਉ, ਗੁਰੂ ਨਾਨਕ ਦੇਵ ਜੀ ਆਖਦੇ ਆ, ਗਾਵਿਆ ਸੁਣਿਆ ਤਿੰਨ ਕਾ ਹਰ ਥਾਈਂ ਪਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। 4 ਪੌੜੀਆਂ ਦੇ ਵਿੱਚ ਸੁਣਨ ਦੀਆਂ ਤੇ 4 ਪੌੜੀਆਂ ਮੰਨਣ ਦੀਆਂ ਇਹਨਾਂ ਜ਼ਿਆਦਾ ਐਮਫੈਸਾਈਜ਼ ਕੀਤਾ ਹੈ ਕਿ ਜਦ ਤੱਕ ਅਸੀਂ ਇਸ ਚੀਜ਼ ਨੂੰ ਮੰਨ ਨਹੀਂ ਲਵਾਂਗੇ, ਸਾਡੇ ਲਈ ਸਪਿਰਿਚੁਅਲ ਜਰਨੀ ਦੇ ਉੱਤੇ ਅੱਗੇ ਤੁਰਨਾ ਬਹੁਤ ਔਖਾ ਹੈ।
मैं अपनी गल करा तो मैं किस तरह मनना कि रब दी होंद हैगी है ते रब किस तरह दा दिखदा है। मैं उसनूं कदी देखिया नहीं, कोई प्रत्यक्ष उसका रूप नहीं है, कोई उसदी शेप नहीं है, कोई उसदी फॉर्म नहीं है, ते उन्होंने मनना जिहड़ा है वो औखा है। ये एक आम लेमैन आदमी वास्ते इस चीज नूं मनना औखा है। और मैं अपनी गल करदा किसी होर दी नहीं। क्यों? क्योंकि साडा शब्द गुरु है जिहदी कोई शेप और फॉर्म नहीं है, ਉਹਨੂੰ ਦੇਖਿਆ ਨਹੀਂ ਜਾ ਸਕਦਾ ਤੇ ਉਹਨੂੰ ਸਿਰਫ ਮੰਨਣ ਤੋਂ ਬਾਅਦ ਮਹਿਸੂਸ ਕਰਕੇ ਆਪਣੇ ਅੰਦਰ ਵਸਾ ਕੇ ਹੀ ਯੂ ਕੈਨ ਸਟੈਪ ਫਾਰਵਰਡ, ਅਦਰਵਾਈਜ਼ ਯੂ ਵਿਲ ਬੀ ਸਟਕ ਰਾਈਟ ਓਵਰ देयर। ਮੱਥਾ ਟੇਕ, ਸ਼ਬਦ ਸੁਣ, ਪ੍ਰਸ਼ਾਦ ਲੈ ਕੇ ਅਸੀਂ ਘਰ ਆਉਂਦੇ ਹਾਂ। ਇੱਕ ਸ਼ਬਦ ਆਉਂਦਾ ਕਿ ਬਿਨ ਦੇਖੇ ਉਪਜੇ ਨਹੀਂ ਆਸਾ। ਦੈਟ ਮੀਨਸ ਇਸ ਜਿਹੜੀ ਹਿਊਮਨ ਸਾਈਕੋਲੋਜੀ ਦਾ ਫਾਇਦਾ ਹਿੰਦੂ ਧਰਮ ਨੇ ਚੱਕਿਆ और उन्होंने एक रब की शेप और फॉर्म प्रेजेंट करके सानू दे दित्ती कि रब इस तरह का दिखता होगा, तुसी इनू मत्था टेको। एंड अगेन लेमैन नू जिहड़ा अपने पिछे लाना आसान है, क्योंकि वो जिस तरह भेडां कह लीए कि एक भेड़ अगर उस पासे चल पई तो सारे ने उन्होंने अपना दिमाग नहीं लाना कि असीं खूह डिगदे पे हैं, उन्होंने उस भेड़ के पिछे लगना है क्योंकि वो एक भेड़ वो काम कर रही है। भगत कबीर जी कहते हैं, जह मार्ग पंडित गए पाछे चली बहीर, एक औखड़ घाटी राम की चढ़ रहे हो कबीर। यानी कि ये जेड़ी घाटी है ये औखी है, ये इनू मन लेना जिहदा कोई प्रत्यक्ष रूप नहीं है, जिहदी कोई शेप नहीं है, जिहदी कोई फॉर्म नहीं है, उस अकाल पुरख नूं, उस परमात्मा नूं मन लेना बहुत औखी गल है। वो मन्निया उदों ही जा सकदा है जे असीं पहले सुनांगे, सुनना भी चित ला के है। ते बाकी ये जिहड़ी स्टेज है, ये जिहड़ी पौड़ी है, ये मनन तो बाद दी अवस्था वाली है। पहली जिहड़ियां 4 पौड़ियां सुनन दियां, 2 उस और अगली 2 पौड़ियां, पहली 2 पौड़ियां दे विच मन्ने विद एक लां दे नाल आई है और उस तो बाद 2 लावां आई हैं। 2 लावां दा मतलब ये है कि मनन तो बाद जिहड़ी अवस्था हैगी। सुखमनी साहब दे विच एक पंक्ति आंदी है, नाम संग जिस का मन मानिया नानक तिन्ही निरंजन जानिया। जिन्हें अपना मन, मैं अपनी अगर गल करा, मैं अगर नाम दे नाल मैं मन लिया है, मैं उन्होंने टिका लिया है या समझ लिया है और मैं मन लिया कि नाम ही जिहड़ा हैगा वो काल पुरख दा रूप है, मेरे अंदर ही रब वसदा है, किते होर नहीं वसदा। और मेरे अंदर भी वसदा, तुहाडे अंदर भी वसदा है, सारिਆਂ ਦੇ अंदर वसदा है, पूरी खलकत दे अंदर वस रहा है। ਤੇ जिस वेले मैनू ये चीज़ की समझ आ जाएगी तो मैं किसी होर पासे नहीं जावांगा, फिर मेरे वास्ते ये चीज़ मननी आसान हो जाएगी। अदरवाइज अगेन अगर मैं लेमैन वर्गी लैंग्वेज विच देखा तो आई डू नीड सम काइंड ऑफ प्रूफ टू एक्सेप्ट इट। अगर मैं किसी नूं कहां कि भी हवा हैगी है, इहदी प्रेजेंस हैगी है, तो तुसी मैं कहांगा भी इनू प्रूव करो, हाउ यू गोइंग टू प्रूव इट। और जे लाइट हैगी है तो हाउ आई एम गोइंग टू प्रूव इट, यू हैव टू शो इट। इस अगेन इट्स अ वास्ट सब्जेक्ट, लेकिन इहदे विच मैनूं ये समझ आई है कि इनू समझण वास्ते पहले सुनना पएगा और समझना पएगा और फिर उन्हें मनना पएगा, एंड देन वी कैन स्टेप फॉरवर्ड। पिछली पौड़ी दे विच आया सीगा कि खंड ब्रह्मंड दी खबर पै जाती है। तो भगत कबीर जी नूं किसी ने पूछया, उन्होंने एक शब्द कहा सीगा, कोट सूर जाके प्रगास, कोट महादेव अर्क बिलास। भगत कबीर जी कहते हैं कि करोड़ा ही सूरज उहदे दरवाजे दे उत्ते खड़े है और प्रकाश कर रहे हैं। तो लोगों ने उन्होंने एक टिप्पणी की कि कबीर जी तुहानू कोट सूरज किदां दिखदे, सूरज तो एक है। कहते नहीं, जिस वेले तुसी मन लैंदे हो ना रब दा नाम, ते तुहानू इस चीज़ दा एहसास हो जाता है कि सूरज अनेक है। और जो कि साइंस भी अज दी डेट दे विच प्रूव कर चुकी है कि किन्ने ही करोड़ सूरज साडी गैलैक्सी सिस्टम दे विच हैगे है और किन्ने ही करोड़ चंद्रमा जिहड़े है वो घुमदे पे और प्लैनेट्स घुमदे पे है। इस चीज़ नूं बाद दे विच एक ज्योतिष विद्या के रूप दे विच भी पेश किया गया,
ਜਿਹੜੇ ਕਿ ਜੋਗੀ ਔਰ ਸਾਧੂ ਸਾਨੂੰ 1 ਸਾਲ ਪਹਿਲਾਂ ਦੱਸ ਦਿੰਦੇ ਸੀ ਕਿ ਅੱਜ ਸੂਰਜ ਗ੍ਰਹਿਣ ਲੱਗਣ ਵਾਲਾ ਹੈ, ਅੱਜ ਚੰਦਰਮਾ ਗ੍ਰਹਿਣ ਇਸ ਦਿਨ ਲੱਗੇਗਾ। that is because of the ਸੂਰਜ ਚੰਦ ਦੀ ਚਾਲ ਨੂੰ ਸਮਝ ਕੇ ਧਰਤੀ ਦੇ ਉੱਤੇ ਬੈਠ ਕੇ ਉਹਨਾਂ ਨੂੰ ਉਸ ਚੀਜ਼ ਦਾ ਗਿਆਨ ਹੋ ਗਿਆ ਕਿ ਉੱਤੇ ਜਿਹੜੀ ਚਾਲ ਹੈ ਚੱਲਣ ਵਾਲੀ ਸੂਰਜ ਦੀ ਉਹ ਕਿਸ ਸਪੀਡ ਨਾਲ ਹੈਗੀ ਹੈ, ਪਲੈਨਟ ਦੀ ਸਪੀਡ ਕੀ ਹੈਗੀ ਹੈ। ਤੇ ਇਹ ਸਾਰੀ ਜਿਹੜੀ ਅਵਸਥਾ ਹੈ ਇਹ ਕਦੋਂ ਪ੍ਰਾਪਤ ਹੁੰਦੀ ਹੈ? ਇਹ ਅਵਸਥਾ ਉਸ ਵੇਲੇ ਪ੍ਰਾਪਤ ਹੁੰਦੀ ਹੈ ਜਿਸ ਵੇਲੇ ਮੈਂ ਸੁਣ ਲਿਆ ਤੇ ਜਿਸ ਵੇਲੇ ਮੈਂ ਮੰਨ ਲਿਆ। ਮੰਨਣ ਤੋਂ ਬਾਅਦ ਮੈਂ ਜੇ ਆਪਣੇ ਦਿਲ ਦੇ ਵਿੱਚ ਮਨ ਦੇ ਵਿੱਚ ਇਹ ਚੀਜ਼ ਵਸਾ ਲਈ, ਰੱਬ ਦਾ ਨਾਮ ਵਸਾ ਲਿਆ, ਤੇ ਮੇਰੀ ਵੀ ਉਹੀ ਅਵਸਥਾ ਹੋ ਜਾਏਗੀ। ਮੈਂ ਕਿਤੇ ਮੋਖ ਦੁਆਰ, ਮੈਨੂੰ ਮੋਖ ਦੁਆਰ ਮਿਲ ਜਾਏਗਾ, ਮੈਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ। ਪਰਿਵਾਰ ਹੈ ਸਰਦਾਰ। ਪਰਿਵਾਰ ਇਟਸ ਨਾਟ ਅ ਬਾਇਓਲੋਜੀਕਲ ਪਰਿਵਾਰ, ਇਟਸ ਯੋਰ ਔਰਾ। ਉਹਦੇ ਤੁਹਾਡੇ ਆਲੇ ਦੁਆਲੇ ਰਹਿਣ ਵਾਲੇ ਜਿੰਨੇ ਵੀ ਬੰਦੇ ਹੈਗੇ। ਗੁਰਬਾਣੀ ਚ ਇੱਕ ਆਈ ਡੋਂਟ ਹੈਵ ਅ ਪੰਕਤੀ ਟੂ ਕੋਟ, ਲੇਕਿਨ ਇੱਕ ਭਗਤ ਜਿਹੜਾ ਪੈਦਾ ਹੋਏ ਤੇ ਉਹ ਕਹਿੰਦੇ ਵੀ ਨਾਲ ਪੂਰੇ ਪਿੰਡ ਨੂੰ ਔਰ ਪੂਰੇ ਟਾਊਨ ਨੂੰ, ਕਸਬੇ ਨੂੰ ਵੀ ਉਤਾਰ ਲੈਂਦਾ ਹੈ। ਇੱਕ ਭਗਤ, ਭਗਤੀ ਕਰਨ ਵਾਲਾ, ਭਵੇ ਨਾ ਭਿੱਖ, ਉਹਨੂੰ ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਹੈ, ਕਿਸੇ ਦਾ ਮੁਹਤਾਜ ਨਹੀਂ ਹੁੰਦਾ, ਕਿਸੇ ਅੱਗੇ ਮੂੰਹ ਤੱਕਣ ਦੀ ਲੋੜ ਨਹੀਂ ਹੈ। ਤੇ ਫਿਰ ਐਂਡ ਦੇ ਵਿੱਚ ਕਹਿੰਦੇ ਕਿ ਐਸਾ ਨਾਮ ਨਿਰੰਜਨ ਹੋਏ। ਰੱਬ ਦਾ ਜਿਹੜਾ ਨਾਮ ਹੈ ਉਹ ਨਿਰੰਜਨ ਹੈ, ਬਿਨਾਂ ਕਾਲਕ ਤੋਂ ਰਹਿਤ ਹੈ। ਤੇ ਜੇ ਕੋ ਮਨ ਜਾਣੇ ਮਨ ਕੋਏ, ਜਿਹਨੇ ਇਸ ਨੂੰ ਮਨ ਦੇ ਵਿੱਚ ਵਸਾ ਲਿਆ ਹੈ, ਜਿਹਨੇ ਇਸ ਨੂੰ ਮੰਨ ਲਿਆ ਹੈ, ਉਹਦੀ ਇਸ ਅੱਗੇ ਜਾ ਕੇ ਉਹਦੀ ਹੀ ਗਤੀ ਹੈਗੀ ਹੈ। ਵਾਹਿਗੁਰੂ ਜੀ, ਭੁਲਾ ਜੀ ਕਰੀ ਖਮਾ। ਹਾਂਜੀ, ਨੈਕਸਟ, who goes next? ਮੈਂ ਨਾਮ ਲੈਣਾ ਸੀ ਕਿ ਆਪੇ ਤੁਸੀਂ ਦੱਸਣਾ ਸੀ? ਮੈਂ ਭੁੱਲ ਗਿਆ। I can attempt. ਹਾਂਜੀ ਹਾਂਜੀ ਹਾਂਜੀ। ਪਹਿਲੇ ਤੇ ਮੰਨੇ ਕਿ ਬਈ ਕਿ ਜਿਹੜਾ ਕਿ ਜਿਸ ਤਰ੍ਹਾਂ ਮੈਨੂੰ ਸਮਝ ਪਈ ਹੈ, ਜਿਹੜਾ ਕਿ ਉਸ ਰੱਬ ਦੇ ਵਿੱਚ ਪੂਰੇ ਵਿਸ਼ਵਾਸ ਨਾਲ ਸਰੈਂਡਰ ਕਰਕੇ ਉਹਦੇ ਹੁਕਮ ਦੇ ਵਿੱਚ, ਉਹਦੇ ਹੁਕਮ ਨੂੰ ਮੰਨਦਾ ਹੈ, ਉਹ ਹੀ ਮੋਖ ਦੁਆਰ ਪਾ ਸਕਦਾ। ਉਹਨੂੰ ਹੀ ਮੋਕਸ਼ ਮਿਲਦਾ ਹੈ, ਉਹਨੂੰ ਰਸਤਾ ਨਜ਼ਰ ਆਉਂਦਾ ਹੈ। ਉਹ ਗਲਤ ਕੰਮਾਂ ਤੋਂ, ਕੂੜਾਂ ਤੋਂ, ਕੂੜੀਆਂ ਜਿਹੜੇ ਕਿ ਗਲਤ ਹਨ, ਉਹਨਾਂ ਤੋਂ ਮੁਕਤੀ ਪਾ ਲੈਂਦਾ ਹੈਗਾ। ਤੇ ਜਿਹਨੂੰ ਪੂਰਾ ਵਿਸ਼ਵਾਸ ਉਸ ਰੱਬ ਦੇ ਵਿੱਚ, ਅਕਾਲ ਪੁਰਖ ਦੇ ਵਿੱਚ ਹੈ, ਆਪਣੇ ਨੂੰ ਉਹਦੇ ਹੁਕਮ 'ਚ ਰਹਿੰਦਾ ਹੈ। ਜਿਹੜੇ ਮੰਨਣ ਵਾਲੇ ਹਨ, ਜਿਹੜੇ ਹੁਕਮ ਦੇ ਵਿੱਚ ਹਨ, ਉਹਨਾਂ ਦੇ ਪਰਿਵਾਰ ਸਾਧਾਰ, ਉਹਨਾਂ ਦੇ ਪਰਿਵਾਰ, ਲਾਈਕ ਯੂ ਸੈਡ, ਕਿ ਉਹਨਾਂ ਦੇ ਸਰਾਊਂਡਿੰਗਸ, ਉਹਨਾਂ ਦੇ ਉਹ ਵੀ ਉਹਨਾਂ ਦਾ ਵੀ ਉਹ ਆਧਾਰ ਬਣ ਜਾਂਦੇ ਨੇ। ਉਹਨਾਂ ਦਾ ਇਨਫਲੂਐਂਸ ਉਹਨਾਂ ਤੇ ਪੈਂਦਾ ਹੈ। ਮੰਨੇ ਤਰੇ ਤਾਰੇ ਗੁਰਸਿੱਖ, ਜਿਹੜੇ ਮੰਨਦੇ ਨੇ ਉਹਨਾਂ ਗੁਰੂ ਦੇ ਰਸਤੇ ਤੇ, ਗੁਰੂ ਉਹਨਾਂ ਨੂੰ ਤਾਰ ਦਿੰਦੇ ਨੇ। ਮੰਨੇ ਨਾਨਕ ਭਵੇ ਨਾ ਭਿੱਖ, ਉਹਨਾਂ ਨੂੰ ਕਿਧਰੇ ਹੋਰ ਜਾਣ ਦੀ ਲੋੜ ਨਹੀਂ। ਉਹਨਾਂ ਨੂੰ ਰੱਬ ਵਾਹਿਗੁਰੂ 'ਚ ਇੰਨਾ ਬਲੀਫ, ਫੇਥ ਹੁੰਦਾ ਹੈ ਕਿ ਉਹ ਹੋਰਾਂ ਜਗ੍ਹਾ ਤੇ ਭਿੱਖ ਮੰਗਣ ਨਹੀਂ ਜਾਂਦੇ। ਭਿੱਖ ਨਾਟ ਓਨਲੀ ਕੋਈ ਭਿੱਖ in the sense ਕਿ for asking for God's, for their wishes to be fulfilled, or ਉਹਨਾਂ ਨੂੰ ਜਿਸ ਤਰ੍ਹਾਂ ਅੱਜ ਕੱਲ੍ਹ ਕਈ ਜਗ੍ਹਾ ਕਈ ਸੰਤ ਮਹਾਤਮਾ ਬਣੇ ਹੁੰਦੇ ਕਿ ਉਹਨਾਂ ਨੂੰ ਹੋਰ ਕਿਧਰੇ ਜਾਣ ਦੀ ਲੋੜ ਨਹੀਂ। ਉਹ ਰੱਬ ਦੇ ਜਿਨ੍ਹਾਂ ਨੂੰ ਫੇਥ ਹੈ, ਜਿਹੜੇ ਸਰੈਂਡਰ ਕੀਤੇ ਹੋਏ ਹੈ, ਉਹਨਾਂ ਨੂੰ ਕਿਧਰੇ ਵੀ ਭਿੱਖ ਮੰਗਣ ਦੀ ਲੋੜ ਨਹੀਂ ਹੁੰਦੀ। ਐਸਾ ਨਾਮ ਨਿਰੰਜਨ ਹੋਏ, ਇਹ ਐਸਾ ਪਿਓਰ ਹੈਗਾ ਨਾਮ, ਜਿਹੜਾ ਐਸਾ ਨਾਮ ਨਿਰੰਜਨ ਹੈ, ਜਿਹਦੇ ਨਾਲ ਜੁੜਨ ਨਾਲ, ਮੰਨਣ ਨਾਲ, ਤੇ ਉਹਦੇ ਮੰਨਣ ਵਾਲੇ ਵੀ ਪਿਓਰ ਹੋ ਜਾਂਦੇ ਨੇ। ਉਹ ਵੀ ਮਨ ਜਾਣੇ ਮਨ ਕੋਏ, ਤੇ ਆਤਮਕ ਅਵਸਥਾ ਵਾਲੇ ਹੋ ਜਾਂਦੇ ਨੇ। ਉਹ ਵੀ ਉਸ ਤੱਕ ਪਹੁੰਚ ਸਕਦੇ ਨੇ, ਅਵਸਥਾ ਵਾਲੇ, ਉਹ ਆਤਮਕ ਅਵਸਥਾ ਵਾਲੇ ਬਣ ਸਕਦੇ ਨੇ। ਹਾਂਜੀ, that's all I can do. ਵੈਰੀ ਗੁੱਡ। ਹਾਂਜੀ, who's next?
परमजीत जी। Oh, Upendrajit ji. It's okay if she wants to No? go first. Go ahead, Richard. All right, Upendra ji. Thank you. Manne, we've already spoken about Manne all this while, about what Manne is all about. This being the last body of the Manne, I think Guruji is telling us that you have reached the apex. If you do all this Manne process, you have reached the apex where you can come to the doorway, the aperture, the opening towards salvation, mukti. Mukti from what? Not life and death mukti, but mukti from renunciating all our bad deeds, our sins, our thought Very process, the five evils that we have from Kam, Krodh, Lobh, Moh, Ankar, from Maya, from these materialistic desires. So Guruji is telling us that if I manne the Bani, live it, internalize it, I will get to the doorway for liberation, salvation from all these bad things. Manne parvare sadhar. By doing that, I will become a role model. And when I become a role model, I will become a model for my spouse, I will become a model for my children and the people around me within the so-called parvar or the family. But not only that, I will also begin to have control over my own senses, my limbs. My thought process will not go off tangent. My tongue will not be talking unnecessary gossip and slander. My hearing will not want to listen to gossip. So I will become purer in the process of having to manne. And manne tare tare gursek, by doing all this, I will be able to cross over this worldly ocean. I will be able to live like a lotus in this muddy pond, yet come out so beautifully and untouched by the mud in which I grow in. So that's my take of the Tare Tare Gursek. Excellent. Manne Nanaka Pave na Pekha. Pekha, I take it as being begging, alms. We won't get into that begging, but I don't think it's the physical sense of taking a begging bowl to go around begging. But it is that we will not have mental disability in the sense that we will know how to think right and live right and be satyar. The whole objective of this is to be satyar. So once we do this manne process, we will get to a stage where we will know how to live a satyar life. Hanji. Very good. Excellent. Thank you. Hanji, Paramjit ji. So ਇੱਥੇ ਮੰਨਣ ਦੀ ਚੌਥੀ ਪੌੜੀ 'ਚ ਗੁਰੂ ਨਾਨਕ ਦੇਵ ਜੀ ਸਾਨੂੰ ਜਿਸ ਤੇ ਮਤਲਬ ਇਹ ਸਮਝਾ ਰਹੇ ਨੇ ਕਿ ਮੰਨਣ ਦੇ ਨਾਲ ਕਿਸ ਤਰ੍ਹਾਂ ਮੋਖ ਦੁਆਰ, ਮੋਖ is liberation ਦੁਆਰ। ਮੈਨੂੰ ਜੋ ਸਮਝ ਆਈ ਹੈ ਮਤਲਬ ਮੁਕਤੀ ਤਾਂ ਮਿਲ ਜਾਂਦੀ ਹੈ ਆਪਣੇ ਅੰਦਰੋਂ, ਜੋ ਭਟਕਣਾ ਵਗੈਰਾ ਸਾਰੀ ਖਤਮ ਹੋ ਜਾਂਦੀ ਹੈ, ਸਾਰੇ ਗਲਤ ਵਿਚਾਰਾਂ ਤੋਂ ਜੋ ਵੀ ਹੁੰਦਾ, ਪਰ ਉਹ ਦੁਆਰ, ਉਹ ਨਾਮ ਦਾ ਦੁਆਰ, ਜਿਹੜੇ ਦੁਆਰ ਦੇ ਮਿਲਣ ਦੇ ਨਾਲ ਹੀ ਉਹਦੇ ਸਦਕੇ ਇਹ ਸਾਰਾ ਕੁਝ ਮਿਟ ਜਾਂਦਾ ਹੈ। ਤੇ ਨਾਲ ਜਦ ਤੁਸੀਂ ਇਸ ਲਿਵ ਦੇ ਰਸਤੇ ਤੇ ਟੁਰਨ ਲੱਗਦੇ ਹੋ ਤੇ ਤੁਹਾਡੇ ਅੰਦਰ ਹੀ ਇੰਨੀ, ਜਿਸ ਤਰ੍ਹਾਂ ਫੁੱਲ ਦੀ ਖੁਸ਼ਬੂ ਆਉਂਦੀ ਹੈ, ਤੁਸੀਂ ਕੋਲੋਂ ਲੰਘਦੇ ਹੋ ਤਾਂ ਫੁੱਲ ਦੀ ਖੁਸ਼ਬੂ ਤੁਹਾਨੂੰ ਸੁਗੰਧਿਤ ਆਉਂਦੀ ਹੈ, ਉਸ ਤਰ੍ਹਾਂ ਹੀ ਤੁਹਾਡੇ ਅੰਦਰ ਇੰਨੇ ਅੱਛੇ ਗੁਣ ਆ ਜਾਂਦੇ ਨੇ ਕਿ ਤੁਹਾਡੇ ਆਚਾਰ ਇੰਨੇ ਅੱਛੇ ਹੋ ਜਾਂਦੇ ਕਿ ਜੋ ਵੀ ਤੁਹਾਡੇ ਆਸ-ਪਾਸ ਹੋਏਗਾ, they will, your ਗੁਣ will permeate, ਤੁਸੀਂ ਉਹਨਾਂ ਦੇ ਤੁਹਾਡੇ it will get into that, ਤੁਹਾਡੇ ਉਹਨਾਂ ਨੂੰ ਤੁਹਾਡੇ ਗੁਣ ਉਹ ਦਿਸਣ ਲੱਗ ਜਾਣਗੇ ਤੇ ਤੁਹਾਡੇ ਤੁਸੀਂ ਉਸ ਤਰ੍ਹਾਂ ਤਰੋਗੇ ਤੇ ਨਾਲੇ ਗੁਰੂ ਉਸ ਸਿੱਖ ਨੂੰ ਵੀ ਮਦਦ ਕਰਕੇ ਤਾਰ ਦਿੰਦੇ ਨੇ ਤੇ ਤੁਹਾਡੀ ਜੋ ਅੰਦਰ ਮਨ ਦੀ ਭਟਕਣਾ ਹੈ, ਜੋ ਮੰਗਣ ਦੀਆਂ ਜੋ ਵੀ ਭਟਕਣਾ ਇੱਧਰ ਉੱਧਰ ਹੁੰਦੀ ਹੈ, ਉਹ ਸਾਰਾ ਕੁਝ ਮੁੱਕ ਜਾਂਦਾ ਹੈ। ਤੇ ਇਸ ਤਰ੍ਹਾਂ ਹੀ ਇਹ ਵਾਹਿਗੁਰੂ ਦਾ ਨਾਮ ਜਿਸ ਹਰ ਇੱਕ ਪੌੜੀ 'ਚ ਅਖੀਰ 'ਚ ਹਰ ਇੱਕ ਮੰਨੇ ਦੀ ਪੌੜੀ 'ਚ ਕਿ ਉਹਨਾਂ ਵਾਹਿਗੁਰੂ ਦਾ ਨਾਮ ਨਿਰੰਜਨ ਹੈ ਤੇ ਜੋ ਮਨ ਜਾਣਦਾ ਉਹੀ ਸਮਝਦਾ ਹੈ। ਸੋ ਇੱਥੇ ਪੜ੍ਹਦਿਆਂ ਮੈਨੂੰ ਫਿਰ ਇਹ ਵੀ ਰਿਅਲਾਈਜ਼ੇਸ਼ਨ ਹੋਈ ਕਿ
I always feel कि वाहिगुरु दी नदर भी चाहिए है सुनने नाल मनन ना हो जाए बट क्योंकि जपजी साहब ते पहले भी जब ट्रांसलेट करते करते आया सी कर्मी आवे कपड़ा नदरी मोख द्वार नदर उदी नदर भी चाहिए है जे इस मोख द्वार तक पहुंचने वास्ते ते अज वाक साहब लैंदे मैनू होर एक सील लगी कि बिलावल मला तीजा च आए उहदे च अखीरली लाइन सीगी कहत सुनत सबे सुख पावे मानत पाहि निधाना. So it was kind of like it's sealed. It's कहत सुनत सबे सुख पावे मानत मन्ने ना पाए निधाना. Like जी खालसा वाहिगुरू. ये प्लूरल है ना, पावे हाहे नाल है ना, पावे पावे मानत पाहे. मान हाँ जी कहत सुनत सबे सुख पावे हाँ, मानत पाहि पाहे निदान. सबना ऊपर नजर है तेरी, किसे थोड़ी किसे है कनेरी. नदर तो है. Yes. Yeah. हाँ जी. Next कौन जी? कारी सिंह. सतेंद्र जी ਤੁਸੀਂ मूव कर रहे हो कुछ? Do you want to say some? No. Sorry. नहीं, सतेंद्र जी अब अनम्यूट करके सतेंद्र जी प्लीज. saying anything मैं तो वैसे आती सी पर मैंने ये सारा सुनने पे पर how to मनो that is to me the question always is मान लवो ते सारा कुछ ठीक हो ਜਾਂਦਾ है. ਤੁਸੀਂ ਅੱਜ ਆਏ ਹੋ, ਅਸੀਂ ਇਹ ਪਿਛਲੇ ਵਾਰੀ ਇਹਨੂੰ ਬਹੁਤ illustratingly ਗੱਲ ਕੀਤੀ ਸੀ. अच्छा ओके. So no problem. I'll send you the recording. You can find it out. Okay, yeah. We can मान लो फिर Would तो you have सारा time to? ठीक है. Would you have time to listen? Yes, sure, yeah. Of Okay, course. ठीक. Yeah. ਹਾਂਜੀ ਕਾਰ ਸਿੰਘ. ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਵੀ ਉੱਤੋਂ ਥੱਲੇ ਆਇਆ ਕਰੀਏ. ਹਾਂਜੀ ਅਸੀਂ ਥੱਲੋਂ ਉੱਤੇ ਜਾਂਦੇ ਆ. ਸਭ ਤੋਂ ਪਹਿਲੇ ਮੈਂ ਬੋਲ ਲਿਆ ਕਰਾਂ ਤੇ ਫਿਰ just kidding. That won't happen. ਸਾਨੂੰ ਸਮਝ ਨਹੀਂ ਆਈ ਤੁਹਾਡੀ ਰਮਜ ਦੀ. ਇੱਕ ਰਮਜ ਬਾਕੀ ਵਾਲੇ ਕੁਝ ਰਹੇਗਾ ਨਹੀਂ ਬੋਲਣ ਲਈ. ਇਹ ਰਮਜਿਆ ਦੀ ਮਾਰਦੇ ਪਤਾ ਲੱਗ. ਹਾਂਜੀ ਇਹਦੇ ਵਿੱਚ ਜਿਹੜੀ ਖਾਸ ਗੱਲ ਆ ਉਹ ਆ ਨਾਮ. ਅੱਛਾ ਤੇ ਹੁਣ ਮੰਨਣਾ ਕਿਹਨੂੰ ਆ? ਉਹ ਨਾਮ ਨੂੰ ਮੰਨਣਾ ਵਾ. ਹੁਣ ਇਹ ਵੇਖਣਾ ਵਾ ਵੀ ਨਾਮ ਹੈ ਕੀ ਆ. ਅੱਗੇ ਜਾਵਾਂਗੇ ਤੇ ਗੁਰੂ ਸਾਹਿਬ ਕਹਿੰਦੇ ਨੇ ਅੱਖਰੀ ਨਾਮ ਅੱਖਰੀ ਸਲਾਹ ਅੱਖਰੀ ਗਿਆਨ ਗੀਤ ਗੁਣ ਗਾ. ਇਹ ਜਿਹੜੇ ਅੱਖਰ ਨੇ ਨਾ ਇਹ ਜਿਹੜੀ ਗੁਰਬਾਣੀ ਆ ਇਹ ਅਸਲ ਚ ਨਾਮ ਆ. ਇੱਕ ਮਿੰਟ ਹੋਲਡ ਕਰਿਓ. My son was making a little noise, so I had to turn it quiet. ਅੱਛਾ ਹੁਣ ਜਦੋਂ ਕੋਈ ਮਨੁੱਖ ਮੈਂ ਮਨੁੱਖ ਦੀ ਗੱਲ ਕਰਾਂ ਜਦੋਂ ਮੈਂ ਨਾਮ ਨੂੰ ਮੰਨ ਲਵਾਂਗਾ ਮੰਨਣ ਤੋਂ ਬਾਅਦ ਜੇ ਮੈਂ ਅਜੇ ਨਹੀਂ ਮੰਨਿਆ ਤੇ ਉਹ ਚੀਜ਼ਾਂ ਜਿਹੜੀਆਂ ਗੁਰੂ ਸਾਹਿਬ ਨੇ ਇਹ ਚਾਰ ਜਿਹੜੇ ਫਲ ਨੇ ਜਾਂ ਰਿਵਾਰਡ ਨੇ ਜਿਹੜੇ ਐਕਸਪਲੇਨ ਕੀਤੇ ਨੇ ਉੱਪਰਲੀਆਂ ਚਾਰ ਪੰਕਤੀਆਂ ਵਿੱਚ ਉਹ ਮੈਨੂੰ ਪ੍ਰਾਪਤ ਨਹੀਂ ਹੋਣਗੇ. ਅੱਛਾ ਜੇ ਤੇ ਮੈਂ ਨਾਮ ਨੂੰ ਮੰਨ ਲਿਆ ਸਮਝ ਲਿਆ ਵਿਚਾਰ ਲਿਆ ਅੱਛਾ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ ਤੇ ਫਿਰ ਮੈਨੂੰ ਜਿਹੜੀਆਂ ਚਾਰ ਚੀਜ਼ਾਂ ਗੁਰੂ ਸਾਹਿਬ ਨੇ ਗੱਲ ਕੀਤੀ ਆ ਉਹ ਵਾਪਰਨਗੀਆਂ. ਇੱਕ ਕੀ ਹੋਏਗਾ ਇੱਕ ਤਾਂ ਮੈਨੂੰ ਨਾ ਮੋਖ ਦੁਆਰ ਪ੍ਰਾਪਤ ਹੋਏਗਾ. ਜਦੋਂ ਮੈਂ ਨਾਮ ਨੂੰ ਮੰਨ ਲਵਾਂਗਾ ਤੇ ਨਾਮ ਦੀ ਇੰਨੀ ਅਹਿਮੀਅਤ ਆ ਕਿ ਨਾਮ ਇਟਸੈਲਫ ਇਜ਼ ਸੋ ਪਿਊਰੀਫਾਈਡ. ਇਹ ਇੰਨਾ ਨਿਰੰਜਨ ਆ ਤੇ ਜਿਸ ਹਿਰਦੇ ਵਿੱਚ ਇਹ ਜਾ ਕੇ ਵਸੇਗਾ ਉਸ ਹਿਰਦੇ ਨੂੰ ਵੀ ਇਹ ਨਿਰੰਜਨ ਕਰੇਗਾ. ਤੇ ਗੁਰੂ ਸਾਹਿਬ ਕਹਿੰਦੇ ਨੇ ਕੀ ਕਰਨਾ ਵਾ ਤੂੰ ਇਹ ਨਾਮ ਨੂੰ ਮੰਨਣਾ ਵਾ ਤੇ ਜਦੋਂ ਤੂੰ ਨਾਮ ਨੂੰ ਮੰਨ ਲਏਗਾ ਨਾ ਪੁੱਤਰ ਤੇ ਤੂੰ ਨਿਰੰਜਨ ਹੋ ਜਾਏਗਾ. ਤੇ ਜਿਹੜਾ ਮਨੁੱਖ ਨਿਰੰਜਨ ਹੋਵੇਗਾ ਉਹਦੇ ਕੋਲ ਕੀ ਹੋਏਗਾ? ਉਹਦੇ ਕੋਲ ਮੋਖ ਦੁਆਰ ਹੋਏਗਾ. ਉਹਦੇ ਕੋਲ ਆਜ਼ਾਦੀ ਹੋਏਗੀ. ਫਰੀਡਮ ਫਰੋਮ what?
ਇੱਕ ਤੇ ਗੁਲਾਮੀ ਹੁੰਦੀ ਹੈ, ਇੱਕ ਆਜ਼ਾਦੀ ਹੁੰਦੀ ਹੈ। ਤੇ ਅਸੀਂ ਲੋਕ ਕੀ ਆ, ਅਸੀਂ ਗੁਲਾਮ ਆ ਵਿਸ਼ੇ ਵਿਕਾਰਾਂ ਦੇ, ਕਾਮ ਕ੍ਰੋਧ ਲੋਭ ਹੰਕਾਰ, ਚੁਗਲੀ ਨਿੰਦਿਆ, ਮਰ ਗਏ ਕੱਖ ਨਹੀਂ ਕੁਛ ਨਹੀਂ ਬਣਿਆ। ਇਹ ਇੱਕ ਕਿਸਮ ਦੀ ਬੜੀ ਵੱਡੀ ਗੁਲਾਮੀ ਆ। ਤੇ ਜਦੋਂ ਕੋਈ ਮਨੁੱਖ ਨਾਮ ਨੂੰ ਮੰਨ ਲਵੇਗਾ ਤੇ ਫਿਰ ਉਹ ਇੱਕ ਐਸੀ ਅਵਸਥਾ ਦੇ ਵਿੱਚ ਪਹੁੰਚੇਗਾ ਜਿੱਥੇ ਉਹ ਮਾਇਆ ਦੇ ਪ੍ਰਭਾਵ ਤੋਂ ਫਰੀ ਹੋ ਜਾਏਗਾ। ਤੇ ਇਹ ਜਿਹੜਾ ਸਭ ਕੁਝ ਹੈਪਨ ਹੁੰਦਾ ਵਾ, ਇਹ ਮਨੁੱਖ ਦੇ ਅੰਦਰ ਹੀ ਵਾਪਰਦਾ ਵਾ। ਅੰਦਰੇ ਸਾਨੂੰ ਮਾਇਆ ਦੇ ਪ੍ਰਭਾਵ ਵੀ ਅੰਦਰ ਹੀ ਘੇਰਦੇ ਨੇ। ਜੇ ਸਾਨੂੰ ਮੁਕਤੀ ਮਿਲਣੀ ਹੈ ਤਾਂ ਸਾਨੂੰ ਸਾਡੇ ਅੰਦਰ ਹੀ ਮਿਲਣੀ ਹੈ। ਤੇ ਗੁਰੂ ਸਾਹਿਬ ਕਹਿੰਦੇ ਮੰਨਣਾ ਹੈ ਭਾਵੇਂ ਮੁਖ ਦੁਆਰ, ਜੇ ਤੂੰ ਨਾਮ ਨੂੰ ਪੁੱਤਰ ਮੰਨ ਲਿਆ, ਇਹ ਨਾਮ ਇੰਨਾ ਨਿਰੰਜਣ ਆ, ਤੇ ਮੈਂ ਤੈਨੂੰ ਵਾਅਦਾ ਕਰਦਾ ਵਾਂ ਕਿ ਤੂੰ ਮੁਕਤੀ ਦਾ ਜਿਹੜਾ ਦਰ ਹੈ ਤੇਰਾ, you will get a absolute freedom from the ਵਿਕਾਰਸ। ਫਿਰ ਕੀ ਹੋਏਗਾ? ਫਿਰ ਤੂੰ ਤੇਰਾ ਨਾ ਪਰਿਵਾਰਿਕ ਸੁਧਾਰ ਵੀ ਹੋ ਜਾਏਗਾ। ਜਦੋਂ ਤੂੰ ਨਾਮ ਨੂੰ ਆਪਣੇ ਵਿੱਚ ਸਮਾ ਲਿਆ ਤੇ ਇਹਦੇ ਮੁਤਾਬਕ ਜੀਵਨ ਜੀਣਾ ਸ਼ੁਰੂ ਕਰਤਾ, ਤੇ ਤੇਰੇ ਜਿਹੜੇ ਕਮਾਦਕ ਨੇ, ਜਿਹੜੇ ਇਹ ਸੈਂਸਰੀ ਆਰਗਨ ਨੇ, ਇਹ ਜਿਹੜੇ ਨੇ ਜਿੰਨੇ ਵੀ ਸੈਂਸਰੀ ਆਰਗਨ ਨੇ ਮਨੁੱਖ ਦੇ, ਇਹਨਾਂ ਨੂੰ ਪਤਾ ਨਹੀਂਗਾ ਹਾਊ ਟੂ ਆਪਰੇਟ। ਤੇ ਜਦੋਂ ਮਨੁੱਖ ਗੁਰੂ ਦੁਆਰਾ ਦਿੱਤੇ ਹੋਏ ਨਾਮ, ਗੁਰਬਾਣੀ ਉਪਦੇਸ਼ ਦੁਆਰਾ ਇਹਨੂੰ ਸਮਝ ਆਉਂਦੀ ਆ, ਤੇ ਫਿਰ ਇਹਨਾਂ ਦਾ ਪ੍ਰੋਪਰ ਯੂਜ਼ ਕਰਦਾ ਵਾ। ਨਹੀਂ ਤੇ ਅਦਰਵਾਈਜ਼ ਇਹਨਾਂ ਦਾ ਮਿਸਯੂਜ਼ ਹੁੰਦਾ ਰਹਿੰਦਾ। ਜਿਸ ਤਰ੍ਹਾਂ ਸਾਡੀਆਂ ਅੱਖਾਂ ਨੇ, ਕੰਨ ਨੇ, ਸਾਡੀ ਸੈਂਸ ਆਰਗਨ ਨੇ, ਜਿੰਨੇ ਵੀ ਪੰਜੇ, ਇਹ ਜਿਹੜੇ ਨੇ ਇਹ ਸੁਧਰ ਜਾਂਦੇ ਆ ਜਦੋਂ ਕਿਸੇ ਮਨੁੱਖ ਦੇ ਹਿਰਦੇ ਵਿੱਚ ਨਾਮ, ਗੁਰਬਾਣੀ ਰੂਪੀ ਨਾਮ ਆ ਕੇ ਪ੍ਰਵੇਸ਼ ਕਰ ਦਿੰਦਾ ਵਾ। ਤੇ ਕਿੱਦਾਂ ਹੁੰਦਾ ਵਾ? ਮੰਨੋ ਕਿ ਇੱਕ ਤੇ ਮਨੁੱਖ ਉਹ ਜੋ ਆਪ ਤਰਿਆ ਹੋਇਆ ਵਾ, ਓਕੇ, ਜੇ ਮੈਂ ਨਾਮ ਨੂੰ ਮੰਨ ਲਿਆ ਇਨ ਬਿਨ, ਗੁਰੂ ਦੇ ਉਪਦੇਸ਼ ਨੂੰ, ਜਿਹੜਾ ਉਪਦੇਸ਼ ਨਿਰੰਜਣ ਆ, ਕੀ ਹੋਏਗਾ? ਇੱਕ ਤਾਂ ਮੈਂ ਆਪ ਤਰਾਂਗਾ, ਦੂਜਾ ਮੈਂ ਜਿਹੜਾ ਮੇਰਾ ਗੁਆਂਢੀ ਹੋਏਗਾ, ਮੇਰਾ ਸੱਜਣ ਦੋਸਤ ਹੋਏਗਾ, ਮੈਂ ਉਹਨੂੰ ਹੀ ਤਾਰਾਂਗਾ। ਐਂਡ ਹਾਊ ਆਈ ਵਿਲ ਡੂ ਦੈਟ? ਜਿਸ ਤਰ੍ਹਾਂ ਇੱਕ ਗੁਰੂ ਆਪਣੇ ਸਿੱਖ ਨੂੰ ਤਾਰ ਲੈਂਦਾ ਵਾ, ਜਿਸ ਤਰ੍ਹਾਂ ਇੱਕ ਗੁਰੂ ਆਪਣੇ ਸਿੱਖ ਦਾ ਨਿਸਤਾਰਾ ਕਰ ਦਿੰਦਾ ਵਾ, ਜਿਸ ਤਰ੍ਹਾਂ ਇੱਕ ਗੁਰੂ ਆਪਣੇ ਸਿੱਖ ਨੂੰ ਇੰਨੀ ਆਤਮਿਕ ਬੁਲੰਦੀ, ਇੰਨੀ ਸੂਝ-ਬੂਝ ਤੇ ਗੁਣਾਂ ਵਾਲੀ the highest state of mind ਤੇ ਪਹੁੰਚਾ ਦਿੰਦਾ ਵਾ। ਸਿਮਿਲਰਲੀ ਜੇ ਕੋਈ ਮਨੁੱਖ ਨਾਮ ਨੂੰ ਮੰਨ ਲਵੇਗਾ, ਇੱਕ ਤੇ ਉਹ ਆਪ ਤਰੇਗਾ ਤੇ ਦੂਜਿਆਂ ਨੂੰ ਤਾਰਨ ਦੀ ਲਾਇਕ ਹੋ ਜਾਏਗਾ। ਹੁਣ ਨਾਨਕ ਭਾਵੇਂ ਨਾ ਭਿੱਖ ਹੁੰਦਾ ਭੁੱਖੂ ਕਰਨ ਵਾਲੇ, ਇੱਥੋਂ ਮੰਗ ਲਓ, ਇੱਥੋਂ ਮੰਗ ਲਓ, ਲੋਕਾਂ ਤੋਂ ਮੰਗਦੇ ਰਹਿਣਾ। ਅੱਛਾ, ਹੁਣ ਇਹਦਾ ਉਲਟਾ ਸ਼ਬਦ ਕੀ ਹੋਏਗਾ? ਭਾਵੇਂ ਨਾ ਭਿੱਖ, ਇਹਦਾ ਹੋਏਗਾ ਸੰਤੋਖੀ ਹੋ ਜਾਣਾ। ਜੇ ਮੈਂ ਨਾਮ ਨੂੰ ਇਨ ਬਿਨ ਕਰਕੇ ਮੰਨ ਲਿਆ ਤੇ ਮੇਰੇ ਨਾਲ ਇੱਕ ਚੀਜ਼ ਵਾਪਰੇਗੀ, ਮੈਂ ਜਿਹੜੀ ਹੈਗੀ ਨਾ ਆਪਣੀ ਆਸ਼ਾ ਬਲਾਸ਼ਾ ਵਾਲੀ ਜ਼ਿੰਦਗੀ, ਭੁੱਖੂ ਵਾਲੀ ਜ਼ਿੰਦਗੀ ਚੋਂ ਬਾਹਰ ਨਿਕਲ ਕੇ ਤੇ ਮੈਂ ਸੰਤੋਖੀ ਹੋ ਜਾਵਾਂਗਾ। ਤੇ ਗੁਰੂ ਸਾਹਿਬ ਕਹਿੰਦੇ ਵੀ ਇਹ ਨਾਮ ਐਸਾ ਨਾਮ ਨਿਰੰਜਣ ਆ, ਤੇ ਜੇ ਕੋ ਮਨ ਜਾਣੇ ਮਨ ਕੋਈ, ਜਿਸ ਮਨੁੱਖ ਨੂੰ ਇਹਦੀ ਸਮਝ ਆਈ ਹੈ ਨਾ ਵੀ ਇਹ ਕਿੰਨਾ ਇੰਪੋਰਟੈਂਟ ਆ, ਉਸੇ ਮਨੁੱਖ ਨੂੰ ਹੀ ਪਤਾ ਵਾ ਕਿ ਨਾਮ ਕੀ ਕਰਨ ਦੀ ਸਮਰੱਥਾ ਰੱਖਦਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ। ਵਾਹ। ਜਿੱਦਾਂ ਦੇਖੋ ਹੁਣ ਅਸੀਂ ਸਾਰੇ ਜਣੇ ਕਰਦੇ ਹਾਂ, ਕੁਝ ਇੱਕ ਮੈਨੂੰ ਇਹ ਵੀ ਸਜੈਸਟਨਸ ਕਹਿ ਲਈਏ ਜਾਂ ਸਟੇਟਮੈਂਟਸ ਜਾਂ ਕਮੈਂਟਸ ਆਏ ਕਿ ਜੀ ਤੁਸੀਂ ਸਾਰੇ ਜਣੇ ਬੋਲਦੇ ਆ ਤੇ ਉਹ ਸੇਮ ਚੀਜ਼ ਤੇ ਰਿਪੀਟ ਕਰੀ ਜਾਂਦੇ। ਨਹੀਂ, ਮੇਰੇ ਕਰਤੇ ਚਲ ਤੂੰ ਪਾਇਆ, ਕੋਈ ਵੀ ਕਿਸੇ ਵਰਗਾ ਨਹੀਂ ਬਣਾਇਆ ਉਹਨੇ। ਬਾਣੀ ਚਾਹੁੰਦਾ ਆ, ਮੈਨੂੰ ਅਗਲੀ ਲਾਈਨ ਪੂਰੀ ਠੀਕ ਨਹੀਂ ਆਉਂਦੀ। ਹਰ ਇੱਕ ਦੀ ਸਾਡੀ, ਮੈਂ ਅੱਗੇ ਵੀ ਬੇਨਤੀ ਕੀਤੀ ਹੋਈ ਹੈ, ਆਪਣੀ ਜਰਨੀ ਹੈ। ਜਿਸ ਤਰ੍ਹਾਂ ਮੇਰੀ ਮੱਤ ਚੱਲਦੀ ਹੈ, ਮਾਲਕ ਚਲਾਉਂਦਾ, ਮੈਂ ਉਸ ਤਰ੍ਹਾਂ ਉਹਨੂੰ ਬਿਆਨ ਕਰਦਾ। ਜਿਹਾ ਤੂੰ ਕਰਾਏ ਤੇ ਹਾਂ ਹੋ ਕਰੀ ਵਖਿਆਨ। ਇਸ ਕਰਕੇ ਸਾਡੀ ਰਾਏ ਮਿਲੇ ਜਾਂ ਨਾ ਮਿਲੇ, ਡਜ਼ਨਟ ਮੈਟਰ।
what matters is कि मैनू गल कहनी आई है। मैं जरा सारी उम्र गूंगा बन के बैठा रहा, गुरुद्वारे चले गए, कीर्तन सुन लिया, कथा कर ली, कथा सुन ली, कर ली, ते घर आ गए, आके सो गए। मालक नू कह दिता कि तू मेहर करी, मेरे परिवार ते मेहर करी, मैनू मुक्त द्वार दे दी, ते आके सो गए। सो उथों असी बाहर आए हैं। ਜਦੋਂ ਮੋਖ ਦੁਆਰ, ਇਹਦੇ ਮੈਂ ਅਰਥ ਕੁਛ ਨਹੀਂ ਜ਼ਿਆਦਾ ਕਰ ਰਿਹਾ ਕਿਉਂਕਿ ਆਪਾਂ ਕਰ ਲਏ ਹੈ ਸਾਰੇ। ਜਿਹੜੀ ਗੱਲ ਮੇਰੀ ਨਜ਼ਰ ਦੇ ਵਿੱਚ ਥਰਸਟ ਕਰਨ ਵਾਲੀ ਹੈ, ਕਨਸੈਂਟਰੇਟ ਕਰਨ ਵਾਲੀ ਹੈ, ਭਾਵੇਂ ਮੋਖ ਦੁਆਰ। ਇਹ ਮੋਖ ਦੁਆਰ ਕੀ ਹੈ? ਅਸੀਂ ਕਹੀ ਜਾਂਦੇ ਹਾਂ ਜੀ ਮੁਕਤੀ, ਕਿਤੋਂ ਮੁਕਤੀ? ਮੁਕਤੀ ਤੇ ਸਾਡਾ ਰਾਹ ਹੀ ਨਹੀਂ ਹੈਗਾ। ਖਿਆਲ ਕਰੀਏ, ਸਿੱਖੀ ਦੇ ਵਿੱਚ ਮੁਕਤੀ ਮੇਰਾ ਗੋਲ ਨਹੀਂ ਹੈ। ਪਾਤਸ਼ਾਹ ਕਹਿੰਦੇ ਨੇ ਬਾਣੀ ਦੇ ਵਿੱਚ, ਸਾਨੂੰ ਪੜ੍ਹਾਉਂਦੇ ਨੇ ਕਿ ਕੋਟ ਬੈਕੁੰਠ ਨਹੀਂ ਲਵੇ ਲਾਗੇ, ਸਮਥਿੰਗ ਮੁਕਤ ਭੀ ਬਪਰੀ ਗਿਆਨੀ ਤਿਆਗੇ। ਮੁਕਤੀ ਨੂੰ ਵੀ ਤਿਆਗ ਦਿੰਦਾ ਹੈ। ਕੌਣ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ। ਇਹ ਸਾਰੇ ਜਿਹੜੇ ਗੋਲ ਸੀਗੇ, ਇਹ ਅਨਮਤੀਆਂ ਦੇ ਸੀਗੇ, ਸਾਡੇ ਗੁਆਂਢੀਆਂ ਦੀ ਸੀਗੇ। ਸਾਡਾ ਕੀ ਸੀ? ਕਬੀਰ ਨਰਕ ਸੁਰਗ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ, सतगुर के प्रसाद, चरण कमल की मौज में रहो अंत अराध। ए मेरा गोल है कि मैं चरण कमल की ने शबद दी मौज दे विच, गुरबाणी दी मौज दे विच, गुरु दी नेड़ता दे विच मैं शुरू ते अखीर, दिन ते रात बिता दिया। हुण कहंदे चरण कमल की मौज को कहो कैसे अनुमान। हाँ भी सानू भी दस दे। कहंदे कहबे को शोभा नहीं, देखा ही परवान। साडा गोल मरण तो बाद मुक्त होना नहीं है, ख्याल कर लीजिए। गुरबाणी दा कॉन्सैप्ट है जीवन मुक्त होना। ते इस गल नूं असीं नोट कर सकते हैं। पातशाह कहंदे ने कि मान मोह दोनों को पर हर, गोबिंद के गुण गावे। मान इज्जत, मोह अटैचमेंट, हौमे, मान दा मैं ना हौमे भी हो सकता, ईगो। इन्हां दोवां दे नाल पर हर मीन्स गिव अप, रिनाउंस करके। भविंदरजीत जी ने टच किया सीगा, वेरी गुड। बंधन कितों, मुक्ति कितों लैनी है मैं? मेरे बंधन केड़े ने? बादशाह कहते ने हेत के बंधन तोड़ ना सके ता जम करे खुआरी जी। मान मोह दोनों को पर हर, गोबिंद के गुण गावे। अगली लाइन गौर फरमाए, कहो नानक एह बिद को प्राणी, जीवन मुक्त कहावे। यह तरीका है। असी बाणी दे विचों जे बाणी नूं अर्थाना चाहिए ते कर सकते हैं, सो दैट साडे कोल फूल प्रूफ सिस्टम है, उहदे च साडे कोल कोई शॉर्टकमिंग नहीं रहेगी। सो मोख द्वार जिहड़ा है वो कितों लेना मैं? किहड़े बंधन ने मेरे? कि मैनूं कोई बेड़ियां पईयां होईयां ने? नहीं, मेरे मन दे बंधन ने। मेरा मन इत्थे नहीं मनदा, ऐ नहीं करना चाहता, मैं कर नहीं सकता। कहंदे ते ठीक हो, बाणी भी ठीक कहंदी है, पर मेरे कोलों हुंदा नहीं। ये सारे बंधन ने। करां कि ना करां, ਇਹ ਕਹਿਣਾ ਤੇ ਬੜਾ ਹੀ ਸੌਖਾ ਹੈ। ਬੱਚਿਆਂ ਦਾ ਪਿਆਰ ਕਿੱਥੋਂ ਛੱਡ ਦਿਆਂ? ਕੌਣ ਕਹਿੰਦਾ ਬੱਚਿਆਂ ਦਾ ਪਿਆਰ ਛੱਡੋ ਬਈ? ਅਸੀਂ ਗਲਤ ਲੈ ਲੈਂਦੇ ਹਾਂ। ਸੋ ਇੱਕ ਮੋਖ ਦੁਆਰ। ਹੁਣ ਅਸੀਂ ਕਿਹਦੇ ਕੋਲੋਂ ਮੋਖ ਦੁਆਰ ਮੰਗਦੇ ਪਏ ਹਾਂ? ਗੁਰੂ ਕੋਲੋਂ। ਪਾਤਸ਼ਾਹ ਜੀ ਸਾਨੂੰ ਮੁਕਤੀ ਦੇ, ਸਾਨੂੰ ਰਾਹ ਪਾਓ।
ਬਾਣੀ ਕਹਿੰਦੀ ਹੈ ਸਤਿਗੁਰ ਸਭਨਾ ਕਾ ਭਲਾ ਮਨਾਇਂਦਾ। ਮਹਾਰਾਜ ਨੇ ਤੇ ਬਖਸ਼ਿਸ਼ ਕੀਤੀ ਹੋਈ ਹੈ ਮੇਰੇ ਤੇ, ਪਰ ਮੈਂ ਮੰਨਿਆ ਉਹਨੂੰ। ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ, ਮੰਨੈ, ਮਨ ਤੋਂ, ਮਨ ਥਾਣੀ, from and within do I accept? ਅਸੀਂ ਕੀ ਕਰਦੇ ਹਾਂ ਹੁਣ? ਅਸੀਂ ਜੇ ਇੱਕ ਡਾਕਟਰ ਨੂੰ ਕਹੀਏ, ਡਾਕਟਰ ਨੇ ਦਵਾਈ ਦਿੱਤੀ ਹੈ ਤੇ ਮੈਂ ਆਪਣੇ ਨਿਆਣੇ ਨੂੰ ਲੈ ਕੇ ਨਾਲ ਜਾਂ ਆਪ ਹੀ ਡਾਕਟਰ ਨੂੰ ਕਹਿਣਾ ਕਿ ਡਾਕਟਰ ਸਾਹਿਬ ਤੁਸੀਂ ਕੁਝ ਕਿਰਪਾ ਕਰੋ ਨਾ ਆਪਣੇ ਆਪ ਤੇ, ਵੀ ਤੁਸੀਂ ਠੀਕ ਹੋਵੋ। ਉਹ ਕਹਿੰਦਾ ਮੈਂ ਤੇ ਤੁਹਾਨੂੰ ਦਵਾਈ ਦੇ ਦਿੱਤੀ ਏ, ਹੁਣ ਤੁਸੀਂ ਠੀਕ ਹੋਵੋ ਭਾਵੇਂ ਗਲਤ ਹੋਵੋ। ਅਸੀਂ ਕੀ ਕਰਦੇ ਹਾਂ? ਅਸੀਂ ਗੁਰੂ ਨੂੰ ਕਹਿੰਦੇ ਹਾਂ ਕਿ ਗੁਰੂ ਸਾਹਿਬ ਸਾਨੂੰ ਇਹ ਕਰ ਦਿਓ। ਗੁਰੂ ਕਹਿੰਦਾ ਮੈਂ ਤੁਹਾਡਾ ਹੋਰ ਤੁਹਾਨੂੰ ਕੀ ਕਰਾਂ, ਤੁਹਾਨੂੰ ਨਰੋਇਆ ਰੱਖਿਆ ਹੋਇਆ ਹੈ। ਹੁਣ ਤੁਸੀਂ ਗੁਰੂ ਸਾਹਿਬ ਸਾਡੇ ਤੇ ਮਿਹਰ ਕਰੋ, ਅਸੀਂ ਬਾਣੀ ਪੜ੍ਹੀ। ਗੁਰੂ ਨੇ ਮਿਹਰ ਕਰਨੀ ਬਾਣੀ ਪੜ੍ਹਨ ਲਈ। ਦਵਾਈ ਮੈਂ ਖਾਣੀ ਹੈ ਤੇ ਮੈਂ ਕਹੀ ਜਾਂਦਾ ਕਿ ਡਾਕਟਰ ਸਾਹਿਬ ਤੁਸੀਂ ਮਿਹਰ ਕਰੋ ਮੈਂ ਦਵਾਈ ਖਾ ਲਾਂ। ਸਾਨੂੰ ਇਹ ਕਰਮ ਦੀ ਫਿਲਾਸਫੀ ਨੂੰ ਸਮਝਣਾ ਪਏਗਾ। ਬਹੁਤ ਜ਼ਰੂਰੀ ਹੈ ਕਿ ਗਲਤੀ ਤੇ ਮੇਰੇ ਵਿੱਚ ਹੈ ਤੇ ਮੈਂ ਫੇਰ ਗੁਰੂ ਨੂੰ ਕਹੀ ਜਾਂਦਾ। ਹੁਣ ਮੈਂ ਪੜ੍ਹਦੇ ਹਾਂ ਅਸੀਂ ਬਾਣੀ ਚ ਕਿ ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਿਆਲਾ, ਕਹਿੰਦੇ ਹੋ ਨਾ। ਫਿਰ ਕਹਿੰਦੇ ਆ ਤੂੰ ਸਮਰੱਥ ਅਕਥ ਅਗੋਚਰ ਜਿਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪੈ। ਉਹ ਤੂੰ ਤੇ ਮਿਹਰ ਕੀਤੀ ਹੋਈ ਹੈ ਮੇਰੇ ਤੇ। ਜਿਹਨੇ ਮਿਹਰ ਕੀਤੀ ਹੋਈ ਹੈ ਉਹਦੇ ਕੋਲੋਂ ਮੈਂ ਹੋਰ ਮਿਹਰ ਕਿਉਂ ਮੰਗਦਾ? ਹੁਣ ਲੋੜ ਸੀਗੀ ਮੈਨੂੰ ਕੰਮ ਕਰਨ ਦੀ, ਸਦਾ ਨਾਨਕ ਕੀ ਅਰਦਾਸ। ਫਿਰ ਕਿ ਟੀਚਰ ਜੀ ਤੁਸੀਂ ਮਿਹਨਤ ਕਰਿਆ ਕਰੋ। ਉਹ ਕਹਿੰਦਾ ਮਿਹਨਤ ਤੂੰ ਕਰਨੀ ਮੈਂ ਥੋੜੀ, ਜਾਂ ਤੂੰ ਬੱਚੇ ਕੋਲੋਂ ਕਰਾਣੀ। So we have gotten ourselves confused ਕਿ what is my part of duty and what is Guru's। ਮੈਂ ਹਰ ਗੱਲ ਜਿਹੜੀ ਹੈ ਗੁਰੂ ਤੇ ਸੱਟੀ ਹੋਈ। ਗੁਰੂ ਸਾਹਿਬ ਇਹ ਪ੍ਰੋਬਲਮ ਆਈ ਜੇ ਤੁਸੀਂ ਠੀਕ ਕਰ ਦੇਣਾ ਤੇ ਮੈਂ ਆਪ ਘਰ ਆ ਕੇ ਇਹ ਪਾਠ ਰਖਾ ਆਇਆ ਹੁਣ ਤੇ ਮੈਂ ਆ ਕੇ ਸੌਣਾ। This is the practicality. That's one. ਉਸ ਤੋਂ ਬਾਅਦ ਪਾਵੇਂ ਮੋਖ ਦੁਆਰ ਪਰਵਾਰੈ ਸਾਧਾਰ। ਇੱਕ ਦੋ ਮੈਂਬਰਸ ਨੇ ਗੱਲ ਕੀਤੀ ਸੀ, ਕਿਹੜਾ ਪਰਿਵਾਰ? ਮੈਂ ਤੇ ਵਿਆਹ ਹੀ ਨਹੀਂ ਕਰਾਇਆ, ਹਾਈਪੋਥੈਟਿਕ। ਮੇਰਾ ਕਿਹੜਾ ਪਰਿਵਾਰ ਹੈ? ਕਈ ਵਾਰੀ ਮੈਂ ਵਿਆਹ ਕਰਾਇਆ ਪਰ ਅੱਗੇ ਸਿਬਲਿੰਗਸ ਕੋਈ ਨਹੀਂ, ਆਫਸਪ੍ਰਿੰਗਸ ਕੋਈ ਨਹੀਂ, ਤੇ ਇਹਦਾ ਮਤਲਬ ਬਾਣੀ ਗਲਤ ਹੋ ਜਾਏਗੀ, ਮੇਰੇ ਤੇ ਅਪਲਾਈ ਨਹੀਂ ਹੋਏਗੀ। ਹਰ ਬੰਦੇ ਤੇ ਬਾਣੀ ਨੇ ਅਪਲਾਈ ਕਰਨਾ ਹੈ। ਬਾਣੀ ਦੀ ਸਰਬ ਕਲਾ ਸਮਰੱਥਾ ਜਿਹੜੀ ਹੈ ਉਹ ਇਹ ਹੈ ਕਿ ਬਾਣੀ ਹਰ ਇੱਕ ਤੇ ਐਪਲੀਕੇਬਲ ਹੈ, ਸਾਨੂੰ ਸਮਝ ਆਵੇ ਜਾਂ ਨਾ ਆਵੇ। ਤੇ ਮੈਂ ਮਨ ਦਾ ਨਾਮ ਨੂੰ ਪਿਆ, ਖਿਆਲ ਰਹੇ। ਤੇ ਮੰਨਣਾ ਕਿੰਨੇ ਹੈ? ਮੇਰੇ ਮਨ ਨੇ। ਮੈਂ ਮੰਨਿਆ, ਅਕਸਰ ਦੇਖਿਆ ਜਾਂਦਾ ਹੈ ਕਿ ਜਿਹੜਾ ਬੰਦਾ ਰੱਬ ਵਾਲੇ ਪਾਸੇ ਲੱਗਾ ਹੁੰਦਾ ਨਾ ਸਾਰੇ ਪਰਿਵਾਰ ਚ, ਉਹਨੂੰ ਅਛੂਤ ਕਰਾਰ ਦੇ ਦਿੰਦੇ ਆ। ਉਹ ਇਹ ਤੇ ਭਗਤ ਆਦਮੀ, ਇਹਨੂੰ ਰਹਿਣ ਦਿਓ, ਛੱਡੋ ਪਰੇ, ਆਓ ਆਪਾਂ ਗੱਲ ਕਰੀਏ। ਅਕਸਰ ਇਹ ਹੁੰਦਾ ਹੈ ਕਿ ਉਹਨੂੰ ਅਨਟੱਚੇਬਲ ਬਣਾ ਦਿੰਦੇ ਆ। ਫਿਰ ਉਹਦਾ ਪਰਿਵਾਰ ਕਿਵੇਂ ਸੁਧਾਰਿਆ? ਇਹ ਗੱਲ ਹੋ ਰਹੀ ਹੈ, we have to find out। ਇਹ ਗੱਲ ਹੋ ਰਹੀ ਹੈ ਮੇਰੇ ਅੰਦਰ ਦੇ ਪਰਿਵਾਰ ਦੀ। ਜਦੋਂ ਮੇਰਾ ਮਨ ਮੰਨ ਗਿਆ, ਕਾਮ ਕ੍ਰੋਧ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਵਾਇਸਿਸ ਤੋਂ ਜਦੋਂ ਮੇਰਾ ਮਨ ਕਨਵਿੰਸ ਹੋ ਜਾਂਦਾ ਹੈ, ਉਹ ਸ਼ੈਕਲਸ ਨੇ ਮੇਰੇ ਮਨ ਦੇ। ਮਨ ਦੇ ਸ਼ੈਕਲਸ ਟੁੱਟਦੇ ਨੇ ਤੇ ਸਾਰੇ ਗਿਆਨ ਇੰਦਰੇ ਜਿਹੜੇ ਆ ਨਾ ਉਹ ਸਬਡੂਡ ਹੋ ਜਾਂਦੇ ਆ।
ਥਿੰਕ ਅਬਾਊਟ ਇਟ ਕਿ ਏਦਾਂ ਨਹੀਂ ਹੁੰਦਾ। ਸੋ ਫਿਰ ਪਰਵਾਰਾ ਸਤਾਰ, ਜਦੋਂ ਮੈਂ ਮਨ ਨੂੰ ਕਨਵਿੰਸ ਕਰਨਾ ਚਾਹਨਾ ਵੀ ਜੇ ਕੋ ਮਨ ਜਾਣੈ ਮਨ ਕੋਏ, ਮੈਂ ਮੰਨੇ ਬਣਨਾ ਚਾਹਨਾ, ਮੰਨੇ ਕੀ ਗਤ, ਮੈਂ ਉਹ ਬਣਨਾ ਚਾਹਨਾ ਬਾਕੀ ਤਿੰਨਾਂ ਪੌੜੀਆਂ ਥਾਣੇ, ਤੇ ਫਿਰ ਮੈਂ ਕੀ ਕਰਾਂ? ਮਾਨ, ਮੋਹ, ਕਾਮ, ਕ੍ਰੋਧ, ਲੋਭ, ਮੋਹ, ਇਸ ਜਿਹੜੇ 5 ਵਾਈਸਿਸ ਨੇ ਨਾ, ਜੇ ਮੈਂ ਇਹਨਾਂ ਨੂੰ ਸੈਕ ਕਰ ਲਿਆ ਤੇ ਮੇਰਾ ਮਨ ਜਿਹੜਾ ਹੈ ਉਹ ਚੁੱਪ ਹੋ ਗਿਆ। ਉਹੀ ਰੌਲਾ ਪਾਉਂਦਾ ਸੀ ਉਹਨਾਂ ਦੇ ਪ੍ਰਭਾਵ ਥੱਲੇ ਆ ਕੇ। ਇਹੀ ਗੋਬਿੰਦ ਦੇ ਗੁਣ ਗਾਣੇ ਨਹੀਂ ਹੋ ਸਕਦੇ ਕਿ ਹੁਣ ਮੇਰੇ ਕੋਲ ਕੋਈ ਗੱਲ ਕਰਨੀ ਹੈਗੀ। ਉਂਝ ਮੈਂ ਕਾਮ ਦੀ ਗੱਲ ਕਰਦਾ ਸਾਂ, ਕ੍ਰੋਧ ਦੀ ਕਰਦਾ ਸਾਂ, ਲੋਭ ਦੀ ਕਰਦਾ ਸਾਂ, ਫਿਰ ਮੇਰੇ ਕੋਲ ਗੱਲ ਹੀ ਕੋਈ ਨਹੀਂ ਰਹਿ ਗਈ। ਫਿਰ ਮੈਨੂੰ ਚੁੱਪੀ ਸਾਧ ਗਈ। ਉਹ ਕਹਿੰਦੇ ਇਹ ਬੋਲਦਾ ਹੀ ਨਹੀਂ, ਇਹਨੂੰ ਸੱਪ ਸੁੰਘ ਗਿਆ। ਕਹਿੰਦਾ ਮੈਂ ਬੋਲਾਂ ਕੀ? ਇਸ ਤਰ੍ਹਾਂ ਜੇ ਮੈਨੂੰ ਸਮਝ ਆ ਜਾਏ, ਫਿਰ ਇੱਕ ਹੋਰ ਸੀ ਕਿ ਵਿਵੇਕ ਦੀ ਜਿਹੜੀ ਗੱਲ ਨੂੰ ਅਸੀਂ ਇਸ ਤਰ੍ਹਾਂ ਸਮਝਣਾ ਚਾਹਾਂਗੇ, ਜਿਹੜਾ ਅਸੀਂ ਸ਼ਬਦ ਪੜ੍ਹਦੇ ਨਾ, ਪਾਠ ਪੜ੍ਹੇ ਔਰ ਵੇਦ ਵਿਚਾਰੇ ਨੇ ਸਾਦੇ, ਮੈਂ ਦੀਜੇ ਬੁੱਧ ਵਿਵੇਕ। ਵਿਵੇਕ ਬੁੱਧ ਹੈ ਕੀ ਐਕਚੁਅਲ ਦੇ ਵਿੱਚ? ਉਹ ਇਹਨਾਂ ਨੂੰ, ਇਹ ਜਿਹੜੇ ਵਾਈਸਿਸ ਨੇ, ਇਹਨਾਂ ਨੂੰ ਰੈਕਗਨਾਈਜ਼ ਕਰ ਲਿਆ ਤੇ ਕੀ ਮੈਂ ਵਿਵੇਕੀ ਹੋ ਗਿਆ? ਮੈਨੂੰ ਪਤਾ ਲੱਗ ਗਿਆ ਕੈਟਾਗੋਰੀਕਲੀ, I could recognize them? ਨਹੀਂ. Having recognized the ability to renounce them is ਵਿਵੇਕ। ਮੈਨੂੰ ਅਕਲ ਆ ਗਈ। ਦੋ ਚੀਜ਼ਾਂ ਨੇ, ਇੱਕ ਤੇ ਮੈਂ ਪਛਾਣਨਾ ਹੈ ਕਿ ਇਹ ਵਿਵੇਕ ਹੈ ਕਿ ਅਨਵਿਵੇਕ ਹੈ, ਤੇ ਜਦੋਂ ਉਹ ਹੋ ਗਿਆ ਤੇ ਫਿਰ ਮੈਂ ਉਹਨੂੰ ਛੱਡਣਾ ਜਦੋਂ ਹੈ, ਉਹ ਮੇਰੇ ਚ ਦਮ ਹੈ, ਉਹ ਮੇਰੀ ਅਕਲ ਹੈ। ਮੈਨੂੰ ਪਤਾ ਲੱਗ ਗਿਆ ਕਿ ਨਾਲਾ ਹੈ ਸਾਹਮਣੇ, ਪਰ ਮੈਂ ਪਾਰ ਕਰਾਂਗਾ ਤੇ ਤਾਂ ਵਿਵੇਕੀ ਹੋਵਾਂਗਾ ਨਾ। ਜੇ ਮੈਂ ਪਾਰ ਨਹੀਂ ਕੀਤਾ, ਵਿੱਚ ਡਿੱਗ ਪਿਆ, ਤੇ ਮੈਂ ਕਾਹਦਾ ਵਿਵੇਕੀ ਹੋਇਆ? ਸਾਰਾ ਕੁਝ ਬਾਣੀ ਦੀ ਇੱਕ ਇੱਕ ਗੱਲ ਨੂੰ ਸਮਝਣ ਦੀ ਲੋੜ ਹੈ। ਇਹ ਜਿਹੜੀਆਂ ਮੰਨੇ ਦੀਆਂ ਤੇ ਸੁਣੇ ਦੀਆਂ ਪੌੜੀਆਂ ਨੇ, ਇਹ ਇਸ ਤਰ੍ਹਾਂ ਚੱਲਦੀਆਂ। ਹੁਣ ਪਾਤਸ਼ਾਹ ਇੱਕ ਥਾਂ ਤੇ ਕਹਿੰਦੇ ਨੇ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਹੈ ਬਾਣੀ ਚਾਹੁੰਦਾ, ਜੇ ਗੁਣ ਹੋਵੇ, ਜੇ ਗੁਣ ਹੈ ਤਾਂ ਕੱਟੀਆਂ ਸੇ ਭਾਈ ਸੇ ਵੀਰ। ਹੁਣ ਇਹ ਬੜੀ ਵਧੀਆ ਗੱਲ, ਪਰਿਵਾਰ ਕਿਹੜਾ? ਵੀ ਜੇ ਗੁਣ ਹੋ ਗਏ ਤੇ ਕੱਟੇ ਜਾਣਗੇ। ਸੋ ਮੇਰੇ ਗੁਣ ਜਿਹੜੇ ਨੇ ਉਹੀ ਮੇਰੇ ਭੈਣ ਭਰਾ ਨੇ। ਸੇ ਭਾਈ ਸੇ ਵੀਰ, ਬਾਣੀ ਕਹਿੰਦੀ ਪਈ ਹੈ। ਮੈਨੂੰ ਦੋਸ਼ ਨਾ ਦਿਓ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਪਰ ਜੇ ਮੇਰੇ ਕੋਲ ਗੁਣ ਹੋਣਗੇ ਤੇ ਕੱਟੇ ਗਏ ਤੇ ਸੇ ਭਾਈ ਸੇ ਵੀਰ। ਸੋ ਕੀ ਗੁਣ ਮੇਰੇ ਭੈਣ ਭਰਾ ਨਹੀਂ ਹੈ ਜਿਨ੍ਹਾਂ ਨੇ ਮੈਨੂੰ ਬਚਾਉਣਾ? ਅੱਜ ਸ਼ਬਦ ਪੜ੍ਹਿਆ ਸੀ, ਤੂੰ ਮਾਤ ਪਿਤਾ। ਕੌਣ ਹੈ ਮਾਤ ਪਿਤਾ? ਬਾਇਓਲੋਜੀਕਲ? ਜੇ ਬਾਇਓਲੋਜੀਕਲ ਤੁਰ ਗਏ ਹੋਣ ਤੇ ਮੈਂ ਉਹਨਾਂ ਦੀ ਮੂਰਤੀ ਅੱਗੇ ਮੱਥੇ ਟੇਕਾਂ? So I have to find out relevance with Gurbani. So ਭਾਵੇਂ ਮੁਖਤਵਾਰ, ਪਰਵਾਸਦਾਰ, ਤਰੇ ਤਾਰੇ, ਇਹ ਸਾਰੇ ਆਪ ਵੀ ਤਰਨਾ ਹੈ, ਤਾਰਨਾ ਵੀ ਹੈ। ਤੇ ਭਾਵੇਂ ਨਾ ਭਿੱਖ ਦੀ ਕੀ ਮਤਲਬ ਹੈ? ਅਸੀਂ ਸਾਰਿਆਂ ਨੇ ਕਿਹਾ ਭਿੱਖਿਆ ਦੂਜਿਆਂ ਤੇ, ਦੂਜਿਆਂ ਦਾ ਮੁਤਾਜ ਨਹੀਂ ਹੁੰਦਾ, ਵੀ ਅਸੀਂ ਮੰਨਿਆ। ਕਿਹੜੇ ਦੂਜੇ? ਦੇਖੋ ਜੀ, ਅਖੰਡ ਪਾਠ ਰਖਾਇਆ ਸੀ,
ਪਰ ਇਹਨਾਂ ਨੂੰ ਫਰਕ ਹੀ ਨਹੀਂ ਪਿਆ। ਹੁਣ ਪਤਾ ਲੱਗਾ ਵੀ ਇੰਡੀਆ 'ਚ ਉਹ ਇੱਕ ਮਹਾਂਪੁਰਖ ਹੈਗੇ ਨੇ, ਸੋ ਸੋਚ ਰਹੇ ਹਾਂ ਵੀ ਉਹਨਾਂ ਦੇ ਕੋਲ ਦਰਸ਼ਨ ਕਰ ਆਈਏ। ਭਿੱਖ ਗੁਰੂ ਨੂੰ ਛੱਡ ਕੇ ਕਿਸੇ ਦੇ ਕੋਲ ਜਾ ਕੇ ਮੰਗਣਾ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਮੈਂ ਹੋਰ ਫਸਾਂਗਾ। ਉਹ ਸੀਗਾ ਭਾਵੇਂ ਨਾ ਭਿੱਖ, ਤੇ ਐਸਾ ਨਾਮ ਮੇਰਾ ਜਨ ਹੋਇਆ। ਦਿਸ ਇਜ਼ ਦ ਵੇ ਆਈ ਥਿੰਕ ਕਿ ਅਸੀਂ ਬਾਣੀ ਦੇ ਡੱਡੂ ਬਣ ਜਾਈਏ, ਬਾਣੀ ਨੂੰ ਖੂਹ ਬਣਾ ਲਈਏ ਤੇ ਉਹਦੇ ਡੱਡੂ ਬਣ ਜਾਈਏ, ਤੇ ਉਹਦੇ ਵਿੱਚੋਂ ਸਕੂਨ ਲੱਭੀਏ। ਉਹਦੇ ਮੈਂ ਨਹੀਂ ਛੱਡਣਾ ਪਾਤਸ਼ਾਹ ਤੈਨੂੰ ਜਦ ਤੱਕ ਤੂੰ ਮੈਨੂੰ ਦੱਸਣਾ ਨਹੀਂ ਕਿ ਇਸ ਗੱਲ ਦਾ ਮਹਿਣਾ ਕੀ। ਕਰਕੇ ਦੇਖੋ। ओंकार सतनाम करता पुरख निर्भव निर्वैर अकाल मूरत अजूनी सैभं गुर प्रसाद। ओंकार सतनाम करता पुरख निर्भव निर्वैर अकाल मूरत अजूनी सैभं गुर प्रसाद। ओंकार सतनाम करता पुरख निर्भव निर्वैर अकाल मूरत अजूनी सैभं गुर प्रसाद। ओंकार सतनाम करता पुरख निर्भव निर्वैर अकाल मूरत अजूनी सैभं गुर प्रसाद। ओंकार सतनाम करता पुरख निर्भव निर्वैर अकाल मूरत अजूनी सैभं गुर प्रसाद। सोरठ महला पंजवां। हम संतन की रेन प्यारे, हम संतन की शरणा, संत हमारी ओट सतानी, संत हमारा गहना। हम संतन की रेन प्यारे, हम संतन की शरणा, संत हमारी ओट सतानी, संत हमारा गहना। हम संतन से बणी आई, पूरब लिखिया पाई, ये मन तेरा भाई राव। संतन सिउ मेरी लेवा देवी, संतन सिउ व्यवहारा, संतन सिउ हम लाहा खाटिया, हर भगत भय भंडारा। संतन मोको पूंजी सौंपी, तो उतरिया मन का धोखा, धर्म राय अब कहाँ करेगो, यूं फाट्यो सगलो लेखा। महा आनंद भय सुख पाया, संतन के प्रसादै, तो नानक हर्ष्यो मन मानिया, हर रंग रते बिस्मादै। महा आनंद भय सुख पाया, संतन के प्रसादै, को नानक हर्ष्यो मन मानिया, रंग रते बिस्मादै। वाहिगुरु 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 वाहिगुरु। वाहिगुरु जी का खालसा। बड़ा अच्छा। आई वांट टू से 5 मिनट। हम संतन स्यों बन आई की होंदा है। संत हो गया गुरु, मेरी बन गई ओदे नाल। किदे नाल बनदी है? जिहदी कोई गल मैनू माड़ी ना लगे, है ना। गुरु कहता है कि तू अपना परिवार दे विच खचत ना हो। ध्यान रखना। असी ना एक ते फट एक्सट्रीमिस्ट हो जाने। ਇਹਦਾ मतलब ਅਸੀਂ ਆਪਣੇ ਮਾਪਿਆਂ ਦਾ ਖਿਆਲ ਨਾ ਕਰੀਏ ਜੀ। ਬਾਣੀ ਕਹਿੰਦੀ ਪਈ ਜਾਂ ਪਰਿਵਾਰ ਐਸਾ ਆਧਾਰ ਜਿਹੜਾ ਪਰਿਵਾਰ ਜੇ ਸਾਡਾ ਮੰਨਦਾ ਤੇ ਇਹ ਪਰਿਵਾਰ ਹੀ ਨਹੀਂ ਹੈਗਾ ਫਿਰ ਸਾਡਾ। ਕੌਣ ਕਹਿੰਦਾ ਪਿਆ ਭਾਈ? ਤੁਸੀਂ ਬੱਚੇ ਨਹੀਂ ਹੋ ਆਪਣੇ ਪਿਓ ਦੇ
ਡੋਂਟ ਯੂ ਓ ਦਿਸ ਮਚ ਕਿ ਉਹਨੂੰ ਦਵਾਈ ਚਾਹੀਦੀ ਹੈ, ਉਹਨੂੰ ਡਾਕਟਰ ਕੋਲ ਲੈ ਕੇ ਜਾਓ, ਉਹਦੀ ਸੇਵਾ ਕਰੋ। ਕਮਸ ਅਰਾਊਂਡ ਗੋਜ਼ ਅਰਾਊਂਡ। ਕੌਣ ਕਹਿੰਦਾ ਕਿ ਨਾ ਕਰੋ? ਪਰ ਬਾਣੀ ਕਹਿੰਦੀ ਹੈ ਕਿ ਉਹਦੇ ਵਿੱਚ ਖਚਤ ਨਾ ਹੋ, ਡੋਂਟ ਗੈਟ ਐਬਜ਼ੌਰਬਡ ਇਨ ਦੇਅਰ। ਇੱਕ ਗੁਆਂਢੀ, ਤੁਸੀਂ ਮੈਂ ਕਾਰ ਪਾਰਕ ਕੀਤੀ ਹੈ, ਗੁਆਂਢੀ ਲੰਮਾ ਪੈ ਗਿਆ, ਡਿੱਗ ਪਿਆ ਹੈ, ਰਿਗਾਰਡਲੈਸ ਇਫ ਆਈ ਐਮ ਏਬਲ ਔਰ ਨਾਟ, ਮੈਂ ਉਹਨੂੰ ਜਾ ਕੇ ਮਦਦ ਕਰਦਾ, ਉਹਨੂੰ ਹਸਪੀਟਲ ਲੈ ਕੇ ਜਾਣਾ, ਸਾਰਾ ਕੁਝ, ਹੋਲ 9 ਯਾਰਡ। ਪਰ ਮੈਂ ਉਸ ਤੋਂ ਬਾਅਦ ਜਦੋਂ ਘਰ ਆਣਾ ਤੇ ਆਮ ਫਾਈਨ, ਮੈਨੂੰ ਰਾਤੀ ਡਿਸਟਰਬਡ ਨੀਂਦਰ ਨਹੀਂ ਆਉਂਦੀ, ਸਵੇਰੇ ਉੱਠ ਕੇ ਮੈਂ ਫੇਰ ਉਹਦਾ ਪਤਾ ਕਰਨ ਜਾਣਾ। ਦੈਟ ਇਜ਼ ਕੰਸਰਨਡ ਲਾਈਫ। ਪਰ ਅਸੀਂ ਫਟ ਕਹਿ ਦਿੰਦੇ। ਪਾਤਸ਼ਾਹ ਕਹਿੰਦੇ ਨੇ ਕਿ ਜੇ ਤੂੰ ਸੰਤਨ ਦੇ ਨਾਲ ਮੇਰੀ ਬਣ ਗਈ, ਜੇ ਗੁਰੂ ਨਾਲ ਮੇਰੀ ਬਾਣਾ ਹੀ ਹੋ ਗਈ ਨਾ, ਪਟ ਗਈ। ਹਮ ਤੁਮ बीच रहे हो ना कोई, तुम्हें सो कंत नार हम सोई। फिर की होएगा? तू करता तू हुआ, मुझ में रहा ना हूं, जत देखा तत तू ही तू मैनू नजर आंदा है, ते फिर मैं किनू माड़ा बुरा भला कहो किस नो कहिए सगले जी तुम्हारे। ते माफ करना, अपने अपने अंदर छाती मारीए, मैनू अपना पता है, मेरे ते कई दुश्मन मैं बनाए हुए ने, ते फिर मेरी बानाई ते ना होई ना। किन्नी सैल्फ कंट्रोवर्सी च फस जाने आ जे असी गुरबाणी नू इन बिन मन लईए। हाले मैं सिर्फ इक्को ही गल पढ़ी, पूरा शब्द देखो इहदे च, महा आनंद भये सुख पाया संतन के। वो किद्दां प्रसाद दे देगा? वो कड़ा प्रसाद है जिहड़ा उत्थे उन्हें सारियां नू दे देना, ते जिहड़ा अपना बंदा है उन्होंने उन्हें ज्यादा दे देना। फिर पूर्व लिखिया भाई, फिर फस गया मैं। हम संतन स्यों बानाई। हुण असी दो भरावां सिख, ते मेरी बन गई है ते एक दी नहीं बनी, ते इहदा मतलब ओहदे पुराने जन्म सीगे। लै ते दूजे पास्यों असी साखी बड़े चाह दे नाल सुनाने आ कि गुरु नानक दे दो सिख सन, एक शराब पीन चला जांदा सी, एक संगत च चला जांदा सी, ओहनूं सड़ियां होईयां मोहरां लभीआं ते ओहनूं कंडा चुभिया। सारा कुछ इस जन्म च होया। फिर असी कह दिंदे आ पूर्व लिखिया। सारे दा सारा कॉन्सैप्ट जिहड़ा है ना, वो मैनू अनलर्न करना पेगा, क्योंकि बचपन तो लैके हुण तक मैनू जो किसी ने कुछ किया मैं मान लिया, मैं पढ़िया नहीं। गुरबाणी मेरा एक सबजैक्ट सी, मैं उन्हों नहीं पढ़िया, मैं गुरबाणी नू जस्ट ग्रैंटेड लिया। ये साडे च एंड बाय द वे ऑन अ साइड रेफरेंस, we gonna change the name of this group very shortly, because we are coming here to educate ourselves. So suggest me if there is any better word. I have come up with the Gurbani education. Upendra ji, does that sound good? Yeah, that sounds. We need to be educated from Gurbani's perspective. Yeah. We are having degrees. Yeah, I'll think about it, but maybe sharing is a softer word, I think. Okay, next week, daily. Volunteers, please. Volunteers. Ravdeep. And किदा थे सज्जा के खब्बा? Oh, Amarjeet. हाँ जी, रवदीप स्टार्ट, अमरजीत जी कंक्लूड। रवदीप जी, अज तबीयत ठीक है? तुसी अज पार्टिसिपेट नहीं किया? नहीं, आई वाज गुड, लाइक ठीक है, चलो ठीक। ऑलराइट, चंगा जियो, क्या सुनिया माफ, भुलां चुका दी खिमा। नेक्स्ट थर्सडे नु मिलदे हैं। एंड अगेन जस्ट FYI, थर्सडे इज नॉट अ मस्ट, इट्स ऑप्शनल। जिन्हां नु चाहे वो आ सकते हैं, ते जिन्हां नु नहीं वो नहीं आ बेशक। वाहिगुरू जी का खालसा, वाहिगुरू